ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਕੋਵਿਡ ਨਾਲ ਲੜ ਰਹੇ ਦੇਸ਼ ਨੂੰ ਆਰਥਿਕ ਮਦਦ ਦਿੱਤੀ ਹੈ ਭਾਰਤ ਸਰਕਾਰ ਨੇ। ਦੇਸ਼ ਭਰ ਦੇ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਦੇ ਵਿੱਚ ਖਾਸ ਗੱਲ ਇਹ ਹੈਗੀ ਹੈ ਕਿ 3 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਉਦਯੋਗ ਦੇ ਲਈ, MSMEs ਦੇ ਲਈ, ਛੋਟੇ ਤੇ ਮੱਧ ਵਰਗੀ ਉਦਯੋਗਾਂ ਦੇ ਲਈ। ਪਰ ਪੰਜਾਬ ਦੇ ਵਿੱਚ ਵੀ ਮੱਧ ਵਰਗੀ ਉਦਯੋਗਾਂ ਦੀ ਸਥਿਤੀ ਬਹੁਤ ਖਰਾਬ ਪਹਿਲਾਂ ਹੀ ਚੱਲ ਰਹੀ ਸੀ, ਛੋਟੇ ਤੇ ਮੱਧ ਵਰਗੇ ਉਦਯੋਗਾਂ ਦੀ। ਉਸ ਤੋਂ ਬਾਅਦ ਲਾਕਡਾਊਨ ਨੇ ਉਹਨਾਂ ਦੀ ਸਥਿਤੀ ਦੇ ਵਿੱਚ ਹੋਰ ਮਾੜਾ ਪ੍ਰਭਾਵ ਪਾਇਆ ਹੈ। ਇਹ 3 ਲੱਖ ਕਰੋੜ ਦੇ ਰਾਹਤ ਪੈਕੇਜ ਦੇ ਵਿੱਚੋਂ ਪੰਜਾਬ ਦੇ ਹਿੱਸੇ ਕੀ ਆਏਗਾ ਔਰ ਪੰਜਾਬ ਦੇ ਛੋਟੇ ਤੇ ਮੱਧ ਵਰਗੀ ਉਦਯੋਗ ਇਸ ਦਾ ਕਿਸ ਤਰ੍ਹਾਂ ਦੇ ਨਾਲ ਲਾਭ ਲੈ ਸਕਣਗੇ, ਕਿਉਂਕਿ ਉਦਯੋਗ ਲੋਨ ਦੇ ਬੇਸ ਦੇ ਉੱਤੇ ਚੱਲਦੇ ਨੇ, ਕਰਜ਼ ਦੇ ਬੇਸ ਦੇ ਉੱਤੇ ਚੱਲਦੇ ਨੇ ਔਰ ਕਰਜ਼ ਲੈਣੇ ਇੰਨੇ ਆਸਾਨ ਨਹੀਂ ਹੈਗੇ। ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਦੋ ਬਹੁਤ ਖਾਸ ਮਹਿਮਾਨ ਅੱਜ ਚਰਚਾ ਦੇ ਵਿੱਚ ਸ਼ਾਮਿਲ ਹੋਣਗੇ। ਸਾਡੇ ਨਾਲ ਰਜਨੀਸ਼ ਗੋਇੰਕਾ ਖਾਸ ਤੌਰ ਤੇ ਲਾਈਵ ਜੁੜ ਰਹੇ ਨੇ। ਰਜਨੀਸ਼ ਗੋਇੰਕਾ MSME ਡਿਵੈਲਪਮੈਂਟ ਫੋਰਮ ਦੇ ਚੇਅਰਮੈਨ ਨੇ ਤੇ ਪ੍ਰੈਜ਼ੀਡੈਂਟ ਨੇ ਇੰਡੀਆ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ। ਗੋਇੰਕਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਦੂਸਰੇ ਸਾਡੇ ਨਾਲ ਗੈਸਟ ਮੌਜੂਦ ਹੈਗੇ ਨੇ ਅਨਿਲ ਸ਼ਰਮਾ। ਅਨਿਲ ਸ਼ਰਮਾ CMA ਨੇ, ਕਾਸਟ ਐਂਡ ਮੈਨੇਜਮੈਂਟ ਅਕਾਊਂਟੈਂਟ। ਬੜਾ ਲੰਬਾ ਤਜਰਬਾ ਹੈਗਾ ਇਸ ਸੈਕਟਰ ਦੇ ਵਿੱਚ। ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਸ਼ਰਮਾ ਜੀ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨਾ ਚਾਹਨਾ, ਕਿਉਂਕਿ ਪੈਸੇ ਦਾ ਹਿਸਾਬ ਕਿਤਾਬ ਰੱਖਣ ਦੇ ਵਿੱਚ ਮਾਹਿਰ ਤੁਸੀਂ ਹੈਗੇ ਹੋ। ਪੰਜਾਬ ਦੇ ਸੰਦਰਭ ਦੇ ਵਿੱਚ ਅਸੀਂ ਦੇਖੀਏ ਕਿ 3 ਲੱਖ ਕਰੋੜ ਰੁਪਏ ਦੇ ਵਿੱਚੋਂ ਪੰਜਾਬ ਦੇ ਹਿੱਸੇ ਕੀ ਆਇਆ। ਪੰਜਾਬ ਦੇ ਉਦਯੋਗਾਂ ਦੀ ਸਥਿਤੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਲਾਕਡਾਊਨ ਤੇ ਵੱਡੇ ਉਦਯੋਗਾਂ ਦਾ ਵੀ ਪੱਠਾ ਬਿਠਾ ਦਿੱਤਾ। ਪੰਜਾਬ ਦੇ ਵਿੱਚ ਛੋਟੇ ਤੇ ਮੱਧ ਵਰਗੀ ਉਦਯੋਗ ਪਹਿਲੇ ਹੀ ਕਾਫੀ ਹੱਦ ਤੱਕ ਮੰਨਿਆ ਜਾ ਰਿਹਾ ਸੀਗਾ ਕਿ ਉਧਾਰ ਦੇ ਸਾਹਾਂ ਤੇ ਚੱਲ ਰਹੇ ਸੀ। पामिल जी, कोरोना ने, इसमें कोई डाउट नहीं है कि कोरोना ने पूरे वर्ल्ड विच, पूरे विश्व दे विच ऐसा नाच नचाया सारी इकोनॉमी नूं, चाहे वो अमेरिका ले लो, चाहे वो यूरोप ले लो, तो चाहे हिंदुस्तान ले लो, तो चाहे आस्ट्रेलिया ले लो। तो जो हालात इस टाइम इकोनॉमी दे कीते हैं पिछले 50 दिनों के अंदर या 75 दिनों के अंदर, उस तो उभर पाना हर व्यक्ति वास्ते, हर इंडस्ट्री वास्ते, हर सैक्टर वास्ते बहुत ही मुश्किल होंदा जा रहा है दिन पर दिन। इस विच मोदी सरकार ने कुछ स्टैप्स जरूर लिते हैं, जिहदे च उन्होंने परसों अनाउंसमेंट की सी 20 लाख करोड़ रुपए की जिहड़ी एक तरह की वो लिक्विडिटी मार्केट दे विच पाणगे ताकि इंडस्ट्री दोबारा रिवाइव हो सके। हुण आपां गल करिए कि जिहड़ी कल प्रेस कॉन्फ्रेंस की फाइनेंस मिनिस्टर ने, और उहदे च उन्होंने कहा कि असीं 3 लाख करोड़ रुपए के लोन जिहड़े हैं वो MSMEs नूं देंगे पूरे हिंदुस्तान के अंदर। ਹੁਣ ਤੁਸੀਂ ਦੇਖੋ ਕਿ 3 ਲੱਖ ਕਰੋੜ ਰੁਪਏ ਦੇ ਜਿਹੜੇ ਲੋਨ ਉਹਨੇ ਸੈਂਕਸ਼ਨ ਕੀਤੇ, ਜਿਹੜਾ ਕਿ 20 ਲੱਖ ਕਰੋੜ ਦਾ ਇੱਕ ਹਿੱਸਾ ਹੈ। ਔਰ ਸਾਡੇ ਕੋਲ ਦੇਸ਼ ਦੇ ਅੰਦਰ ਘੱਟੋ ਘੱਟ ਜ਼ਿਆਦਾ ਨਹੀਂ ਤਾਂ 6.5-7 ਕਰੋੜ MSMEs ਦੀ ਸੈਗਮੈਂਟ ਦੇ ਲੋਕ ਹੈਗੇ ਆ, ਜਿਹੜੇ ਕਿ MSME ਡੈਫੀਨੇਸ਼ਨ ਦੇ ਅੰਦਰ ਆਉਂਦੇ ਆ, ਜਿਹਦੇ ਚ ਬਹੁਤ ਹੀ ਛੋਟੇ ਦੁਕਾਨਦਾਰ ਜਿਹੜੇ ਕਿ ਸ਼ਾਪਸ ਐਂਡ ਫਰਮ ਐਸਟੈਬਲਿਸ਼ਮੈਂਟ ਐਕਟ ਦੇ ਅੰਦਰ ਆਉਂਦੇ ਆ, ਉਹ ਵੀ ਹੈਗੇ ਆ। ਤੇ ਵੱਡੀ ਇੰਡਸਟਰੀ ਜਿਹੜੀ ਕਿ MSME ਦੀ ਕੈਟਾਗਰੀ, ਜਿਨ੍ਹਾਂ ਦੀ ਟਰਨਓਵਰ 100 ਕਰੋੜ ਦੇ ਆਸ-ਪਾਸ ਹੈ ਜਾਂ ਜਿਨ੍ਹਾਂ ਦੀ ਇਨਵੈਸਟਮੈਂਟ 20-25 ਕਰੋੜ ਦੇ ਆਸ-ਪਾਸ ਹੈ, ਉਹ ਵੀ ਇਹਦੇ ਵਿੱਚ ਆਉਂਦੀ ਹੈ। ਯਾਨੀ ਕਿ 6.5 ਕਰੋੜ ਦੇ ਆਸ-ਪਾਸ ਸਾਡੇ ਕੋਲ ਜਿਹੜੇ MSME ਆ ਪੂਰੇ ਹਿੰਦੁਸਤਾਨ 'ਚ, ਉਹਦੇ ਵਿੱਚੋਂ ਜ਼ਿਆਦਾ ਨਹੀਂ ਕਰੀਏ ਤਾਂ 2.5-3 ਲੱਖ MSME ਪੰਜਾਬ ਦੇ ਅੰਦਰ ਹੈ। ਤੇ 3 ਲੱਖ ਕਰੋੜ ਰੁਪਏ ਜਿਹੜਾ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਹਿਸਾਬ ਨਾਲ ਉਹਦੇ ਤੇ ਵੀ ਕੁਝ ਨਾ ਕੁਝ ਉਹਨਾਂ ਨੇ ਕੰਡੀਸ਼ਨਸ ਲਗਾਈਆਂ ਹੈ। ਉਹ ਕੰਡੀਸ਼ਨਸ ਕੀ ਹੈ ਕਿ ਜਿਹੜਾ 3 ਲੱਖ ਕਰੋੜ ਰੁਪਏ ਦਾ ਲੋਨ ਹੈ, ਉਹ ਲੋਨ ਦਾ 20%, यानी कि अगर मैं तुहानू एग्जाम्पल दे के समझावां, अगर कोई MSME यूनिट है जिहदी कोल 25 करोड़ रुपए का लोन अज की डेट च है, यानी कि उन्होंने डेट दी है 29 फरवरी की, 29 फरवरी 2020 तक जे किसी MSME का लोन बैंक तो 20 करोड़ रुपया है तो ਉਹਦਾ 20% यानी कि 4 करोड़ रुपया, 4 करोड़ रुपए तक का लोन ਉਹ ਇਸ 3 ਲੱਖ ਕਰੋੜ ਦੇ ਵਿੱਚੋਂ ਲੈ ਸਕਦਾ ਹੈ। ਕੰਡੀਸ਼ਨ ਨਾਲ ਇਹ ਵੀ ਹੈ ਕਿ ਉਹਦੀ ਟਰਨਓਵਰ ਜਿਹੜੀ ਹੈ ਉਹ 100 ਕਰੋੜ ਦੇ ਆਸ-ਪਾਸ ਹੋਣੀ ਚਾਹੀਦੀ ਹੈ। ਤੇ ਅਗਰ ਮੈਂ ਗੱਲ ਕਰਾਂ ਕਿ ਜਿਹੜੀ MSME ਦਾ ਯੂਨਿਟ ਜਿਹਦੀ ਟੋਟਲ ਆਊਟਸਟੈਂਡਿੰਗ, ਯਾਨੀ ਜਿਹਦਾ ਟੋਟਲ ਲੋਨ ਜਿਹੜਾ 20 ਕਰੋੜ ਦੇ ਆਸ-ਪਾਸ ਹੈ ਔਰ ਉਹਦੀ ਟਰਨਓਵਰ 100 ਕਰੋੜ ਦੇ ਆਸ-ਪਾਸ ਹੈ, ਉਹ ਯਾਨੀ ਕਿ ਸਾਡਾ ਮੀਡੀਅਮ ਤਬਕੇ ਦਾ MSME ਹੋ ਗਿਆ। ਯਾਨੀ ਕਿ ਨਾ ਉਹ ਲਘੂ ਹੈ, ਨਾ ਉਹ ਸਮਾਲ, ਉਹ ਮੀਡੀਅਮ ਤਬਕਾ ਹੈ। ਨਾ ਉਹ ਸਾਡੇ ਮਾਈਕਰੋ ਚ ਆਉਂਦਾ, ਨਾ ਹੀ ਉਹ ਸਮਾਲ ਚ ਆਉਂਦਾ ਹੈ, ਉਹ ਆਉਂਦਾ ਹੈਗਾ ਮੀਡੀਅਮ ਵਿੱਚ। यानी कि वो एक तरह की
ਮੀਡੀਅਮ ਦੇ ਅੰਦਰ ਲਾਰਜ ਸਕੇਲ ਇੰਡਸਟਰੀ ਕਹਿ ਸਕਦੇ ਹਾਂ ਆਪਾਂ ਕਿ ਉਹ ਲਾਰਜ ਸਕੇਲ ਇੰਡਸਟਰੀ ਦੇ ਬਿਲਕੁਲ ਨਾਲ ਹੈਗਾ, ਜਿਹਦੀ ਟਰਨਓਵਰ 100 ਕਰੋੜ ਹੈ। ਇਹੋ ਜਿਹੀ ਇੰਡਸਟਰੀਜ਼ ਇਸ 3 ਲੱਖ ਕਰੋੜ ਦੀ ਜਿਹੜੀ ਸੈਗਮੈਂਟ ਹੈ ਉਹਦੇ ਵਾਸਤੇ ਕੁਆਲੀਫਾਈ ਕਰਨਗੇ। ਤੇ ਉਹਦੇ ਚ ਫਿਰ ਬੈਂਕ ਅੱਗੇ ਕਿੱਦਾਂ ਉਹਦਾ ਰਵੱਈਆ ਲੈਂਦਾ, ਬੈਂਕ ਕਿੱਦਾਂ ਉਹਨੂੰ ਲੈਂਦਾ ਹੈ, ਤੇ ਬੈਂਕ ਕਿਹੜੇ ਡਾਕੂਮੈਂਟ ਉਸ ਤੋਂ ਮੰਗਦਾ ਹੈ। ਫਿਲਹਾਲ ਇਹਦੇ ਵਿੱਚ ਗਵਰਨਮੈਂਟ ਨੇ ਕਿਹਾ ਹੈ ਕਿ ਇਹਦੇ ਚ ਕੋਈ ਕੋਲੈਟਰਲ ਸਿਕਿਉਰਿਟੀ ਨਹੀਂ ਹੋਏਗੀ, ਬਹੁਤ ਅੱਛੀ ਗੱਲ ਹੈ। ਇਹਦੇ ਚ ਗਵਰਨਮੈਂਟ ਇਹ ਵੀ ਕਿਹਾ ਹੈ ਕਿ ਜਿਹੜਾ ਇਹ ਲੋਨ ਲੈਂਦਾ ਹੈ। ਸ਼ਰਮਾ ਜੀ, ਬੈਂਕਾਂ ਦੀ ਭੂਮਿਕਾ ਅਲੱਗ ਕਿਸਮ ਦੀ ਹੈਗੀ ਹੈ। ਪਹਿਲੇ ਮੈਂ ਗੋਇੰਕਾ ਸਾਹਿਬ ਖੁਦ ਵੀ ਉਦਯੋਗਾਂ ਨੂੰ ਬਹੁਤ ਸਮਝਦੇ ਨੇ ਚੰਗੀ ਤਰ੍ਹਾਂ, ਉਦਯੋਗ ਆਪਦਾ ਵੀ ਹੈਗਾ ਇਹਨਾਂ ਦਾ। ਮੈਂ ਇਹਨਾਂ ਤੋਂ ਸਮਝਣਾ ਚਾਹੁੰਦਾ, ਗੋਇੰਕਾ ਸਾਹਿਬ, ਜਦੋਂ ਤੁਸੀਂ ਖੁਦ ਇੱਕ ਉਦਯੋਗਪਤੀ ਦੇ ਤੌਰ ਦੇ ਉੱਤੇ ਇਸ ਚੀਜ਼ ਨੂੰ ਐਨਾਲਿਸਿਸ ਕਰਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਸ਼ਰਮਾ ਜੀ ਨੇ ਕਿਹਾ ਕਿ ਜੇ 20 ਕਰੋੜ ਰੁਪਏ ਤੱਕ ਦਾ ਤੁਹਾਡਾ ਲੋਨ ਪਹਿਲੇ ਚੱਲ ਰਿਹਾ, ਪੰਜਾਬ ਦੇ ਵਿੱਚ MSMEs ਦੀ ਸਥਿਤੀ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਸਥਿਤੀ ਦੇ ਵਿੱਚ ਹੈਗੇ ਜਿਹੜੇ 20 ਕਰੋੜ ਵਾਲੀ ਸਲੈਬ ਤੇ ਆ ਕੇ ਖੜਦੇ ਹੋਣ। ਦੇਖੋ, ਮੈਂ ਥੋੜਾ ਜਿਹਾ ਇਹਨੂੰ ਥੋੜਾ ਪਿੱਛੇ ਜਾ ਕੇ ਤੁਹਾਡੇ ਕੋਲੋਂ ਪਰਮਿਸ਼ਨ ਲੈ ਕੇ ਤੇ ਮੈਂ ਗੱਲ ਕਰਨਾ ਚਾਹਾਂਗਾ। ਜੀ। ਦੇਖੋ, ਇਹਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ ਕਿ 3 ਲੱਖ ਕਰੋੜ ਇੱਕ ਅਮਾਉਂਟ ਹੈਗੀ ਹੈ, ਉਹ ਟੈਕਨੀਕਲ ਚੀਜ਼ ਹੈ। ਅਨਿਲ ਸ਼ਰਮਾ ਜੀ ਸਮਝਾਉਣਗੇ ਤੁਹਾਨੂੰ ਕਿ ਉਹ ਕਿਸ ਤਰ੍ਹਾਂ ਮਿਲੇਗੀ, ਕਿਸ ਤਰ੍ਹਾਂ ਹੋਏਗਾ। ਮੈਂ ਵਪਾਰੀ ਹੈਗਾ, ਇੰਡਸਟਰੀਲਿਸਟ ਹੈਗਾ, ਮੈਂ ਇਹਨੂੰ ਕਿਸ ਤਰ੍ਹਾਂ ਦੇਖਦਾ ਔਰ ਮੇਰੇ ਸਹਿਯੋਗੀ ਕਿਸ ਤਰ੍ਹਾਂ ਦੇਖਦੇ ਨੇ, ਮੈਂ ਉਹ ਗੱਲ ਕਰਾਂਗਾ। ਦੇਖੋ, ਸਾਡੇ ਦੇਸ਼ ਵਿੱਚ ਜਿਹੜੇ MSME ਸੀਗੇ, ਅਗਰ ਪਿੱਛੇ ਦੇਖੀਏ ਤੇ ਇਹਨਾਂ ਨੂੰ ਚੋਰ ਦੀ ਸੰਗਿਆ ਦਿੱਤੀ ਗਈ। ਇਹ ਤੇ ਬੇਈਮਾਨ ਹੈਗੇ ਨੇ। ਪਿਛਲੇ ਸਾਲਾਂ ਤੇ ਸਾਡੀ ਕਦੀ ਕੋਈ ਸੁਣਵਾਈ ਨਹੀਂ ਹੋਈ ਸੀ। ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹਾਂਗਾ ਇਸ ਸਰਕਾਰ ਨੂੰ ਕਿ ਪਿਛਲੇ ਇਤਿਹਾਸ, ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ, ਇਹ ਪਹਿਲਾ ਮੌਕਾ ਹੈ ਕਿ ਛੋਟੇ ਔਰ ਉਦਮੀਆਂ ਦੀ ਔਰ ਛੋਟੇ ਕਾਰੋਬਾਰੀਆਂ ਦੀ ਸੁਣਵਾਈ ਹੋਈ ਹੈ, ਉਹਨਾਂ ਨੂੰ ਮਹੱਤਵ ਮਿਲਿਆ। ਕਿਸਾਨ ਔਰ ਮਜ਼ਦੂਰ ਦੇ ਬਰਾਬਰ ਸਾਨੂੰ ਦਰਜਾ ਮਿਲਿਆ। ਇਹ ਸਭ ਤੋਂ ਵੱਡੀ ਉਪਲਬਧੀ ਹੈਗੀ। ਦੂਜਾ ਬੈਨੀਫਿਟ ਇਹ ਹੈਗਾ ਕਿ ਜਿਹੜੇ ਵਪਾਰੀ, ਜਿਹੜੇ ਇੰਡਸਟਰੀਜ਼, ਜਿਹੜੇ ਉਦਮੀ ਪਿਛਲੇ 2 ਮਹੀਨਿਆਂ ਤੋਂ ਜਿਨ੍ਹਾਂ ਦੇ ਮਤਲਬ ਉਹ ਡਾਊਨ ਹੋ ਗਏ ਸੀ, ਉਹਨਾਂ ਦੇ ਸੈਂਟੀਮੈਂਟਸ, ਔਰ ਉਹਨਾਂ ਨੂੰ ਲੱਗ ਰਿਹਾ ਸੀ, ਮੈਨੂੰ ਕਈ ਜਣੇ ਕਹਿੰਦੇ ਜੀ 50% ਤੇ MSME ਯੂਨਿਟ ਮਰ ਜਾਣਗੇ, ਬੰਦ ਹੋ ਜਾਣਗੇ, ਪੈਸੀਮਿਸਟਿਕ ਹੋ ਗਈ ਸੀ। ਇਹ ਜਿਹੜਾ ਐਲਾਨ ਕੱਲ ਕੀਤਾ ਗਿਆ ਹੈ, ਇਹਦੇ ਨਾਲ ਮੋਰਲ ਬੂਸਟਿੰਗ ਹੋਏਗੀ, ਇਹਦੇ ਨਾਲ ਸੈਂਟੀਮੈਂਟਸ ਠੀਕ ਹੋਣਗੇ, ਵਧਣਗੇ, ਤੇ ਉਹਦੇ ਨਾਲ ਕੰਮਕਾਜ ਵਧੇਗਾ। ਤੀਸਰੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ MSME ਹੈਗੇ ਨੇ, ਉਹ ਕਿਸੇ ਵਿਸਾਖੀ ਦੇ ਸਹਾਰੇ ਨਹੀਂ ਚੱਲੇ। ਅਗਰ 70 ਸਾਲ 60 ਸਾਲ ਸਾਨੂੰ ਕੋਈ ਰਿਆਇਤ, ਕੋਈ ਬੈਨੀਫਿਟ ਔਰ ਡਿਸਕ੍ਰਿਪੈਂਸੀ ਸੀ, ਉਹਦੇ ਬਾਵਜੂਦ ਅਸੀਂ 45% ਦੇਸ਼ ਦੀ ਪ੍ਰੋਡਕਸ਼ਨ ਕਰਦੇ ਹਾਂ, 50% ਸਪੋਰਟ ਕਰਦੇ ਹਾਂ, 80% ਤੋਂ ਵੱਧ ਲੋਕਾਂ ਨੂੰ ਜੌਬ ਦਿੰਦੇ ਹਾਂ। ਤੇ ਇਹ ਸਰਕਾਰ ਦਾ ਜਿਹੜਾ ਇਹ ਸਹਿਯੋਗ ਮਿਲਿਆ ਔਰ ਜੋ ਇਹ ਸਟਿਮੂਲਸ ਮਿਲਿਆ, ਇਹਦੇ ਨਾਲ ਸਾਡੇ MSME ਬੜੀ ਛੇਤੀ ਨਾਲ ਖੜੇ ਹੋ ਜਾਣਗੇ। ਔਰ ਤੁਸੀਂ 2 ਮਹੀਨਿਆਂ ਦੇ ਅੰਦਰ ਅੰਦਰ ਇਹ ਸਾਰਿਆਂ ਨੇ ਕੰਮ ਚਾਲੂ ਕਰ ਲੈਣਾ। ਪ੍ਰੋਬਲਮ ਆਣੀ ਹੈ ਇਹ ਜਿਹੜੀ ਬੈਂਕਾਂ ਦੀ ਜਿਹੜੀ ਪ੍ਰੋਸੀਜਰਲ ਜਿਹੜੀ ਹੈਗੀ ਹੈ, ਉਹਦੇ ਤੇ ਥੋੜੀ ਪ੍ਰੋਬਲਮ ਆਣੀ ਹੈ। ਪਰ ਮੈਨੂੰ ਹਾਂਜੀ ਗੋਇੰਕਾ ਸਾਹਿਬ, ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਬੈਂਕਾਂ ਦੇ ਉੱਤੇ। ਮੈਂ ਸਪੈਸੀਫਿਕਲੀ ਜ਼ਿਕਰ ਕਰਨਾ ਚਾਹੁੰਦਾ, ਪਰ ਉਸ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਸ ਅਨਾਊਂਸਮੈਂਟ ਦੇ ਨਾਲ ਮੋਰਲ ਬੂਸਟਿੰਗ ਹੋਣੀ ਹੈ। ਬੇਸਿਕਲੀ ਮੋਰਲ ਬੂਸਟਿੰਗ ਦੀ ਲੋੜ ਨਹੀਂ ਹੈਗੀ, ਲੋੜ ਹੈਗੀ ਇਕਨੋਮਿਕਲ ਬੂਸਟਿੰਗ ਦੀ ਜ਼ਰੂਰਤ ਹੈਗੀ ਹੈ। ਅਨਾਊਂਸਮੈਂਟ, ਪੋਲੀਟੀਕਲ ਅਨਾਊਂਸਮੈਂਟ 2 ਕਿਸਮ ਦੀਆਂ ਹੁੰਦੀਆਂ। ਇੱਕ ਤੇ ਕਹਿੰਦੇ ਫੀਲ ਗੁੱਡ, ਇੱਕ ਹੁੰਦਾ ਡੂ ਗੁੱਡ, ਹੈ ਨਾ। ਸੁਣਨ ਦੇ ਵਿੱਚ ਫੀਲ ਗੁੱਡ ਚੰਗਾ ਹੋ ਸਕਦਾ ਕਿ 3 ਲੱਖ ਕਰੋੜ ਰੁਪਇਆ ਮੋਰਲ ਬੂਸਟਿੰਗ ਦੇ ਲਈ ਨੂੰ ਅਸੀਂ ਛੱਡ ਦਈਏ। ਜੇ ਇਕਨੋਮਿਕਲੀ ਬੂਸਟ ਕਰਦੀ ਹੈ, ਵਾਈਬਲ ਹੈਗੀ ਹੈ, ਤਾਂ ਸਾਨੂੰ ਫਾਇਦਾ ਹੈਗਾ। ਤੁਸੀਂ ਜਿਹੜੀ ਸਥਿਤੀ ਹੁਣ ਅਸੀਂ MSMEs ਦੀ ਪੰਜਾਬ ਦੀ ਪਹਿਲੇ ਦੇਖਦੇ ਸੀਗੇ, ਲਾਕਡਾਊਨ ਤੋਂ ਪਹਿਲੇ, ਤੁਸੀਂ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰ ਦਿਓ, ਚਾਹੇ ਸਪੋਰਟਸ ਇੰਡਸਟਰੀ ਦੀ ਗੱਲ ਕਰ ਦਿਓ, ਜਿਨ੍ਹਾਂ ਨੂੰ ਕੁਝ ਜ਼ਿਆਦਾ ਹੈਲਪ ਦੀ ਜ਼ਰੂਰਤ ਹੈਗੀ ਸੀ। ਸਟੀਲ ਇੰਡਸਟਰੀ ਦੀ ਗੱਲ ਕਰ ਲਓ, ਹੈ ਨਾ, ਕਿਉਂਕਿ ਟੈਕਸਟਾਈਲ ਦੇ ਜਿਹੜੇ ਐਕਸਪੋਰਟਰ ਹੈਗੇ ਉਹ ਫਿਰ ਵੀ ਕਿਤੇ ਬੈਟਰ ਕੰਡੀਸ਼ਨ 'ਚ ਰਹਿ ਜਾਂਦੇ ਨੇ। ਪਰ ਜਿਹੜਾ ਲੋਨਸ ਤੇ ਜਿਹੜੀ ਲਾਕਡਾਊਨ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ, ਹੁਣ ਕਿਆ 2 ਮਹੀਨੇ ਦੇ ਵਿੱਚ ਉਹ ਦੁਬਾਰਾ ਪੈਰਾਂ ਤੇ ਖੜੇ ਹੋ ਸਕਦੇ ਨੇ ਪ੍ਰੈਕਟੀਕਲੀ? ਛੋਟੇ ਉਦਯੋਗਾਂ ਦੀ ਮੈਂ ਗੱਲ ਕਰ ਰਿਹਾ। ਸਾਡੇ MSME ਫੋਰਮ ਦੇ ਚੈਪਟਰ ਲੁਧਿਆਣਾ, ਬਠਿੰਡਾ, ਜਲੰਧਰ, ਅੰਮ੍ਰਿਤਸਰ ਸਭ ਥਾਂ ਗਏ। ਅਸੀਂ 2 ਮਹੀਨੇ 'ਚ ਉਹਨਾਂ ਨਾਲ ਕਨਵਰਸੇਸ਼ਨ 'ਚ ਰਹੇ ਹਾਂ। ਉਹਨਾਂ ਸਾਰਿਆਂ ਦਾ ਮੰਨਣਾ ਹੈਗਾ ਕਿ ਸਾਡੀ ਲਿਕੁਇਡਿਟੀ ਪ੍ਰੋਬਲਮ ਔਰ ਵੇਜਿਸ ਔਰ ਸੈਲਰੀ ਦੀ ਪ੍ਰੋਬਲਮ, ਇਹ ਅਗਰ ਹੱਲ ਹੋ ਜਾਵੇ, ਔਰ ਜਿਹੜੇ ਮਾਈਗ੍ਰੈਂਟ ਲੇਬਰ ਹੈਗੇ ਨੇ 50% ਦੇ ਲਗਭਗ ਹਾਲੇ ਬਾਹਰ ਗਏ ਨੇ,
ਉਹਨਾਂ ਦੀ ਵਾਪਸੀ ਵਾਸਤੇ ਸਰਕਾਰ ਕੁਝ ਕਰੇ, ਜਿਹਦੇ 'ਚ ਮੈਂ ਹੁਣੇ ਅੱਜ ਵੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ। ਸਰਕਾਰ ਨੇ ਬੜੇ ਇਹੋ ਜਿਹੇ ਸਟੈਪ ਲਏ ਨੇ, ਕਿਉਂਕਿ ਮਾਈਗ੍ਰੇਟ ਲੇਬਰ ਵਾਸਤੇ ਸਸਤੇ ਕਿਰਾਏ ਤੇ ਮਕਾਨ, ਉਹਨਾਂ ਨੂੰ ਹੋਰ ਕਈ ਤਰ੍ਹਾਂ ਦੇ ਬੈਨੀਫਿਟ ਦੇ ਰਹੇ ਨੇ। ਅਗਰ ਜਿਹੜੇ ਗਏ ਨੇ ਉਹਨਾਂ 'ਚੋਂ 25% ਵੀ ਵਾਪਸ ਆ ਜਾਣ, ਤੇ 25% ਹਾਲੇ ਗਏ ਨਹੀਂ ਸੀ, ਔਰ 25% ਜਿਹੜੇ ਨੇ ਉਹ ਲੋਕਲ ਲੇਬਰ ਐਡਜਸਟ ਹੋਏਗੀ, ਜਿਹੜੀ ਪੰਜਾਬ 'ਚ ਵਾਪਸ ਲੋਕਲ ਹੈਗੀ ਹੈ, ਤੇ ਲੇਬਰ ਦੀ ਪ੍ਰੋਬਲਮ ਸੋਲਵ ਹੋ ਜਾਏਗੀ। ਲਿਕੁਇਡਿਟੀ ਬੈਂਕਾਂ ਤੋਂ ਇਹਨਾਂ ਨੂੰ ਜਿਹੜੇ 20% ਐਕਸਟਰਾ ਮਿਲਣਗੇ, ਔਰ ਇੱਕ ਸ਼ਰਮਾ ਜੀ ਦੱਸਣਗੇ ਇੱਕ 50 ਲੱਖ ਰੁਪਏ ਦਾ ਲੋਨ ਇੱਕ ਹੋਰ ਪਿੱਛੇ ਅਨਾਉਂਸ ਹੋਇਆ ਸੀ, ਜਿਹੜਾ ਕੋਲੈਟਰਲ ਲੋਨ ਕੋਵਿਡ ਦੇ ਨਾਲ ਕਨੈਕਟਡ ਜਿਹੜੇ ਕੋਈ ਕੰਮ ਕਰਦੇ ਨੇ ਉਹਨਾਂ ਨੂੰ 50 ਲੱਖ ਦਾ ਲੋਨ 48 ਘੰਟਿਆਂ ਦੇ ਵਿੱਚ ਆਨਲਾਈਨ ਮਿਲੇਗਾ, ਉਹ ਵੀ ਇੱਕ ਬੈਨੀਫਿਟ ਹੈਗਾ। ठीक है, ਅਸੀਂ ਸ਼ਰਮਾ ਜੀ को ਲੈ ਲੈਨੇ। ਸ਼ਰਮਾ ਜੀ क्या ਸ਼ਰਮਾ ਜੀ को ਇਸ ਤੇ ਕਮੈਂਟ ਲੈ ਲੈਨੇ। ਸ਼ਰਮਾ ਜੀ क्या ਲਿਕੁਇਡਿਟੀ ਦੀ ਪ੍ਰੋਬਲਮ ਇੰਨੀ ਜਲਦੀ ਠੀਕ ਹੋ ਸਕਦੀ ਹੈ 2 ਮਹੀਨੇ ਦੇ ਅੰਦਰ? ਤੁਸੀਂ ਬਹੁਤ ਬਰੀਕੀ ਨਾਲ ਸਮਝਦੇ ਹੋ ਇੰਡਸਟਰੀ ਦੀ ਹਰ ਇੱਕ ਸਿਚੁਏਸ਼ਨ ਨੂੰ, ਔਰ ਜਿਹੜਾ ਲੋਨ ਦਾ ਜ਼ਿਕਰ ਕਰ ਰਹੇ 48 ਘੰਟਿਆਂ 'ਚ ਲੋਨ ਤੇ 49 ਮਿੰਟਾਂ ਦੇ ਵਿੱਚ ਵੀ ਮਿਲਣਾ ਸੀਗਾ ਇੱਕ, ਪਰ ਉਹ ਮੈਨੂੰ ਨਹੀਂ ਲੱਗਦਾ ਅੰਕੜਿਆਂ ਦੇ ਵਿੱਚ ਜ਼ਿਆਦਾ ਮਿਲੇ, ਉਹ ਵੀ ਅਨਾਉਂਸਮੈਂਟ ਤੱਕ ਹੀ ਰਹਿ ਗਿਆ। ਸ਼ਰਮਾ ਜੀ ਤੁਸੀਂ ਕਿਵੇਂ ਦੇਖ ਰਹੇ ਹੋ? देखो ये 'ਚ कोई दोराय नहीं है कि मोदी गवर्नमेंट ने या कल फाइनेंस मिनिस्टर ने जो अनाउंसमेंट्स की बहुत अच्छी अनाउंसमेंट है, उन्होंने वालों कोशिश यही है कि लगातार जिन्नी जल्दी लिक्विडिटी मार्केट बनाई जाए, लेकिन ਜਿਹੜਾ ਸਰਕਾਰ ਦੇ ਡਿਪਾਰਟਮੈਂਟ ਦਾ ਹੀ ਜਾਂ ਬੈਂਕਾਂ ਦਾ ਜਿਹੜਾ ਰੈਡ ਟੈਪਿਜ਼ਮ ਹੈ, और ਜਿਹੜੇ ਕਿ ਬੈਂਕ ਐਨਪੀਏ ਹੋ ਚੁੱਕੇ ਹੋਏ ਜਾਂ ਐਨਪੀਏ ਐਸੈਟ ਜਿਹੜੇ ਬਣ ਚੁੱਕੇ ਹੋਏ हैं, ਉਹਨਾਂ ਤੋਂ ਡਰਦੇ ਹੋਏ ਬੈਂਕ ਬੜੀ ਕੰਜ਼ਰਵੇਟਿਵ ਅਪਰੋਚ ਲੈ ਕੇ ਕੰਮ ਕਰ ਰਿਹਾ ਹੈ। ਇਸ ਕਰਕੇ ਅਗਰ ਆਰਬੀਆਈ ਵੱਲੋਂ ਔਰ ਸਰਕਾਰ ਵੱਲੋਂ ਬੈਂਕਾਂ ਨੂੰ ਥੋੜਾ ਇਸ ਤਰ੍ਹਾਂ ਦਾ ਹੁਲਾਰਾ ਦਿੱਤਾ ਜਾਵੇ ਕਿ ਬਈ ਅੱਜ ਦੀ ਜੋ ਇਕਨੋਮਿਕ ਦੀ ਹਾਲਤ ਹੈ, ਉਹ 'ਚ ਲਿਕੁਇਡਿਟੀ ਬਹੁਤ ਤੇਜ਼ੀ ਨਾਲ ਚਾਹੀਦੀ ਹੈ, ਉਹਦੇ ਵਾਸਤੇ ਵੈਂਟੀਲੇਟਰ ਦੀ ਜ਼ਰੂਰਤ ਹੈ, ਔਰ ਵੈਂਟੀਲੇਟਰ ਬੈਂਕ ਦੀ ਲਿਕੁਇਡਿਟੀ ਕੰਮ ਕਰ ਸਕਦੀ ਹੈ। ਤੇ ਅਗਰ ਬੈਂਕ ਵੱਡੇ ਪੱਧਰ ਤੇ ਫਟਾਫਟ ਲੋਨ ਦਾ ਡਿਸਬਰਸਮੈਂਟ ਕਰ ਦੇਣ, ਫਿਰ ਤਾਂ ਮੈਂ ਮੰਨਦਾ ਕਿ ਕੁਝ ਜਿਹੜੇ ਅਨਾਉਂਸਮੈਂਟ ਸਰਕਾਰ ਨੇ ਕੀਤੇ ਉਹ ਕਿਤੇ ਫਾਇਦੇ ਹੋ ਸਕਦੇ ਹੈ। ਬਟ ਅਗਰ ਸਰਕਾਰ ਦੇ ਅਨਾਉਂਸਮੈਂਟ ਹੋ ਕੇ ਰਹਿ ਗਈ ਔਰ ਸਰਕਾਰਾਂ ਨੇ ਜਾਂ ਬੈਂਕਾਂ ਨੇ ਗਰਾਊਂਡ ਲੈਵਲ ਤੇ ਉਹਦੀ ਐਗਜ਼ੀਕਿਊਸ਼ਨ ਨਹੀਂ ਕੀਤੀ, ਫਿਰ ਇੰਡਸਟਰੀ ਦਾ ਬਚਣਾ ਜਾਂ ਇੰਡਸਟਰੀ ਨੂੰ ਸਰਵਾਈਵ ਕਰਾਉਣਾ ਬੜਾ ਮੁਸ਼ਕਿਲ ਕੰਮ ਹੋ ਜਾਏਗਾ। ਇਹ ਅੱਜ ਦੀ ਡੇਟ ਦੀ ਬਹੁਤ ਵੱਡੀ ਚੈਲੰਜ ਹੈ ਸਰਕਾਰ ਵਾਸਤੇ ਕਿ ਬੈਂਕਾਂ ਤੋਂ ਫਟਾਫਟ ਲੋਨ ਮਾਰਕੀਟ 'ਚ ਲਿਆਇਆ ਜਾਵੇ। ਔਰ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਹੈ ਕਿ ਅਗਰ ਮਾਰਕੀਟ ਦੇ ਅੰਦਰ ਡਿਮਾਂਡ ਨਹੀਂ ਆਏਗੀ, ਕਿਉਂਕਿ ਤੁਹਾਡੀ ਮਾਰਕੀਟ ਹਜੇ ਪੂਰੀ ਤਰ੍ਹਾਂ ਨਹੀਂ ਖੁੱਲੀਆਂ, ਤੁਹਾਡੀ ਲੇਬਰ ਪਲਾਨ ਕਰ ਰਹੀ ਹੈ ਔਰ ਤੁਹਾਡੇ ਅਦਾਰੇ ਸਾਰੇ ਬੰਦ। ਮੈਂ ਪੇਪਰ ਇੰਡਸਟਰੀ ਦੀ ਗੱਲ ਕਰਾਂ, ਅਗਰ ਤੁਹਾਨੂੰ ਗੱਲ ਯਾਦ ਹੋਏਗੀ ਤਾਂ ਪੇਪਰ ਇੰਡਸਟਰੀ ਦੀ ਡਿਮਾਂਡ ਕਿੱਥੇ ਹੈ? ਸਕੂਲਾਂ ਵਿੱਚ ਜਾਂ ਇੰਸਟੀਟਿਊਸ਼ਨ ਦੇ ਅੰਦਰ ਹੈ। ਤੇ ਅਗਰ ਸਕੂਲ ਬੰਦ ਹੈ, ਇੰਸਟੀਟਿਊਸ਼ਨਸ ਬੰਦ ਹੈ, ਤਾਂ ਉਹਦੀ ਕੰਜ਼ੰਪਸ਼ਨ ਕਿੱਥੋਂ ਹੋਏਗੀ ਪੇਪਰ ਦੀ? ਤੇ ਅਗਰ ਗਰਾਊਂਡ ਲੈਵਲ ਤੇ ਮਾਰਕੀਟ ਖੁੱਲਣ, ਇੰਸਟੀਟਿਊਸ਼ਨ ਖੁੱਲਣ ਤੇ ਕੰਜ਼ੰਪਸ਼ਨ ਹੋਵੇ, ਤੇ ਜਿਹੜਾ ਰਸਤੇ ਵਿੱਚ ਮਾਲ ਫਸਿਆ ਹੈ ਪਾਈਪਲਾਈਨ ਦੇ ਮਾਲ, ਉਹ ਮਾਲ ਬਾਹਰ ਨਿਕਲੇਗਾ ਤੇ ਪਿੱਛੋਂ ਪ੍ਰੋਡਕਸ਼ਨ ਸਟਾਰਟ ਹੋਏਗੀ, ਤਾਂ ਜਾ ਕੇ ਇਕਨੋਮਿਕ ਦਾ ਚੱਕਾ ਘੁੰਮੇਗਾ। ਇਸ ਕਰਕੇ ਡਿਮਾਂਡ ਕ੍ਰੀਏਟ ਕਰਨਾ ਵੀ ਜ਼ਰੂਰੀ ਹੈ ਤੇ ਉਧਰੋਂ ਇੰਡਸਟਰੀ ਨੂੰ ਪੈਸਾ ਦੇਣਾ ਵੀ ਬਹੁਤ ਜ਼ਰੂਰੀ ਹੈ, ਔਰ ਉਹਦੇ ਵਾਸਤੇ ਬੈਂਕਾਂ ਨੂੰ ਵੱਡਾ ਰੋਲ ਪਲੇ ਕਰਨਾ ਪਏਗਾ। ਜਿਹੜੀ ਲਿਕੁਇਡਿਟੀ ਸਰਕੂਲੇਟ ਕਰਨੀ ਉਹ ਡਿਮਾਂਡ ਨੇ ਕਰਨੀ ਹੈਗੀ ਹੈ। ਹਾਂ ਗੋਇੰਕਾ ਸਾਹਿਬ, ਹਾਂ ਗੋਇੰਕਾ ਸਾਹਿਬ, ਜਿਹੜੀ ਡਿਮਾਂਡ ਦੀ ਕਮੀ ਦੀ ਗੱਲ ਕਰ ਰਹੇ ਹੈਗੇ, ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਡਿਮਾਂਡ ਮਾਰਕੀਟ 'ਚ ਹੈ ਨਹੀਂ, ਔਰ ਬਹੁਤ ਜਲਦੀ ਡਿਮਾਂਡ ਖੜੀ ਹੁੰਦੀ 2 ਮਹੀਨਿਆਂ ਦੇ ਵਿੱਚ ਨਜ਼ਰ ਵੀ ਨਹੀਂ ਆ ਰਹੀ। ਉਹਦਾ ਸੋਲੂਸ਼ਨ ਵੇ ਆਊਟ ਕੀ ਸੋਚ ਰਹੀ ਇੰਡਸਟਰੀ? ਕਿਉਂਕਿ ਛੋਟੇ ਉਦਯੋਗ ਆਖਿਰਕਾਰ ਵੱਡੇ ਉਦਯੋਗਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਵੀ ਹੁੰਦੇ ਨੇ, ਤੇ ਜੇ ਛੋਟੇ ਉਦਯੋਗਾਂ ਦੇ ਕੋਲ ਡਿਮਾਂਡ ਨਹੀਂ ਹੈਗੀ ਤੇ ਵੱਡਿਆਂ ਦੇ ਕੋਲ ਕਿੱਥੋਂ ਆਏਗੀ? ਤੋ ਇਹ ਬਹੁਤ ਵੱਡੀ ਇੱਕ ਚੀਜ਼ ਹੈਗੀ ਹੈ। ਅਨਿਲ ਜੀ ਇਹਨੂੰ ਮੇਰੇ ਤੋਂ ਬਾਅਦ ਐਲੈਬੋਰੇਟ ਕਰਨਗੇ। ਗਵਰਨਮੈਂਟ ਜੋ ਮੈਨੂੰ ਲੱਗ ਰਿਹਾ ਹੈ, ਜੋ ਮੈਂ ਡਿਸਕਸ਼ਨ ਹੋਈ ਹੈ, ਜਿੰਨਾ ਮੈਂ ਸਮਝਿਆ, ਗਵਰਨਮੈਂਟ ਸਭ ਤੋਂ ਪਹਿਲਾਂ ਚਾਹੁੰਦੀ ਹੈਗੀ ਹੈ ਡਿਮਾਂਡ ਕ੍ਰੀਏਟ ਹੋਏ। ਡਿਮਾਂਡ ਕ੍ਰੀਏਟ ਨਹੀਂ ਹੋਏਗੀ ਤੇ ਪ੍ਰੋਡਕਸ਼ਨ ਨਹੀਂ ਹੋਏਗੀ, ਪ੍ਰੋਡਕਸ਼ਨ ਨਹੀਂ ਹੋਏਗੀ ਤੇ ਲੇਬਰ ਅਬਜ਼ੌਰਬ ਨਹੀਂ ਹੋਏਗੀ। ਉਹ ਜਿਹੜਾ 20 ਲੱਖ ਕਰੋੜ ਹੈਗਾ, ਇਹਦੇ ਵਿੱਚੋਂ ਕਿੰਨੀ ਵੱਡੀ ਰਕਮ ਲੋਕਾਂ ਦੇ ਹੱਥ 'ਚ ਜਾਏਗੀ? ਜਦੋਂ ਪੈਸਾ ਹੱਥ 'ਚ ਆਏਗਾ ਤੇ ਡਿਮਾਂਡ ਕ੍ਰੀਏਟ ਹੋਏਗੀ। ਇਹ ਲੋਕਡਾਊਨ ਖੁੱਲਣ ਤੋਂ ਬਾਅਦ ਮੈਂ ਤੇ ਇੱਥੇ ਤੱਕ ਕਹਿ ਰਿਹਾ ਜੀ, ਰਿਵੈਂਜ ਬਾਇੰਗ ਹੋਏਗੀ। ਲੋਕ ਇੱਕਦਮ ਜਾਣਗੇ ਸ਼ਾਪਿੰਗ ਕਰਨ ਔਰ ਖਰੀਦਦਾਰੀ ਕਰਨ, ਉਹਨਾਂ ਦੇ ਹੱਥਾਂ 'ਚ ਪੈਸਾ ਚਾਹੀਦਾ। ਇਹ ਜਿਹੜਾ ਰੁਪਈਆ ਭਾਵੇਂ ਬੈਂਕਾਂ ਦੇ ਥਰੂ ਆਏਗਾ, ਭਾਵੇਂ ਲੇਬਰ ਨੂੰ ਦੇਣ, ਭਾਵੇਂ ਸਿੱਧੇ ਦੇਣ, ਇਹ ਗਵਰਨਮੈਂਟ ਕੋਸ਼ਿਸ਼ ਹੈ ਉਹ ਕਰ ਰਹੀ ਹੈ ਕਿ ਲੋਕਾਂ ਦੇ ਹੱਥ 'ਚ ਪੈਸਾ ਜਾਏ। ਪੈਸਾ ਜਾਏਗਾ ਤੇ ਡਿਮਾਂਡ ਕ੍ਰੀਏਟ ਹੋਏਗੀ, ਡਿਮਾਂਡ ਕ੍ਰੀਏਟ ਹੋਏਗੀ ਤੇ ਪ੍ਰੋਡਕਸ਼ਨ ਹੋਏਗੀ, ਪ੍ਰੋਡਕਸ਼ਨ ਹੋਏਗੀ ਤੇ ਲੇਬਰ ਨੂੰ ਜੌਬ ਮਿਲੇਗਾ, ਉਹ ਐਡਜਸਟ ਹੋਣਗੇ, ਔਰ ਉਸ ਤੋਂ ਬਾਅਦ ਫਿਰ ਮਾਰਕੀਟ 'ਚ ਮਾਲ ਆਏਗਾ, ਐਕਸਪੋਰਟ ਹੋਏਗਾ, ਤੇ ਸਾਰਾ ਸਿਸਟਮ ਚੱਲੇਗਾ। ਗੋਇੰਕਾ ਸਾਹਿਬ, ਮੈਂ ਇੱਕ ਚੀਜ਼ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਹੜੇ MSMEs ਦੇ ਜਿਸ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਨੇ ਨਾਰਮਲੀ ਜਾਂ ਛੋਟੇ ਉਦਯੋਗਾਂ ਦੇ, ਉਹਦਾ ਜਿਹੜਾ ਕੰਜ਼ਿਊਮਰ ਹੈਗਾ ਉਹ ਮਿਡਲ ਕਲਾਸ ਹੈਗਾ, ਲੋਅਰ ਮਿਡਲ ਕਲਾਸ ਹੈਗਾ ਜ਼ਿਆਦਾਤਰ,
ਔਰ ਇਹੀ ਦੋ ਕਲਾਸ ਨੇ ਸਭ ਤੋਂ ਜ਼ਿਆਦਾ ਸਫਰ ਕੀਤਾ ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ। ਲੋਕਾਂ ਦੇ ਕੰਮਕਾਜ ਠੱਪ ਹੋਏ ਨੇ ਔਰ ਲੋਕਾਂ ਦੀਆਂ ਜੌਬਸ ਗਈਆਂ ਨੇ, ਲੋਕ ਅੱਧੀਆਂ ਸੈਲਰੀਜ਼ ਤੇ ਆ ਗਏ ਨੇ ਔਰ ਬਹੁਤ ਸਾਰੇ ਲੋਕਾਂ ਦੇ ਕੋਲੋਂ ਨੌਕਰੀਆਂ ਰੋਜ਼ਗਾਰ ਨਹੀਂ ਹੈਗੇ। ਤੁਹਾਨੂੰ ਤੁਸੀਂ ਕਿਸ ਤਰ੍ਹਾਂ ਇਹਦਾ ਆਕਲਨ ਲਾ ਰਹੇ ਹੋ ਕਿ ਲੋਕਡਾਊਨ ਖੁੱਲ੍ਹਦਿਆਂ ਹੀ ਲੋਕ ਮਾਰਕੀਟ ਨੂੰ ਭੱਜਣਗੇ, ਖਰੀਦਾਰੀ ਹੋਏਗੀ, ਲਿਕੁਇਡਿਟੀ ਮਾਰਕੀਟ ਦੇ ਵਿੱਚ ਆਏਗੀ ਔਰ ਉਹ ਰਿਵੋਲਵ ਹੋਏਗਾ ਪੈਸਾ? ਇਹ ਕਿਸ ਤਰ੍ਹਾਂ ਦੇ ਨਾਲ ਅੰਦਾਜ਼ਾ ਲਗਾ ਰਹੇ ਹੋ ਤੁਸੀਂ ਇਸ ਚੀਜ਼ ਦਾ? ਇਹ ਦਰਅਸਲ ਇੱਕ ਕਾਮਨ ਫਿਨੋਮੀਨਾ ਹੈਗਾ। ਇਹ ਅਸੀਂ ਅਖਬਾਰਾਂ 'ਚ ਕਈ ਰਿਸਰਚ ਰਿਪੋਰਟਾਂ, ਕਈ ਅਸੀਂ ਸਟੱਡੀਆਂ ਕੀਤੀਆਂ ਜਿਹਦੇ ਨਾਲ ਇਹ ਚੀਜ਼ ਆਈ ਹੈ ਸਾਹਮਣੇ ਕਿ ਮਾਲਸ ਖੁੱਲਣਗੀਆਂ, ਹੋਰ ਹੋਣਗੀਆਂ। ਲੋਕਾਂ ਨਾਲ ਅਸੀਂ ਸਰਵੇ ਵੀ ਕੀਤੇ ਨੇ। ਲੋਕ ਜਿਸ ਤਰ੍ਹਾਂ ਜੇਲ੍ਹ 'ਚ ਬੰਦ ਹੁੰਦੇ ਨਾ ਜੀ, ਤੇ ਜੇਲ੍ਹੋਂ ਨਿਕਲਦੇ ਤੇ ਉਹ ਦੌੜਦੇ ਨੇ, ਨੱਸਦੇ ਨੇ, ਭੱਜਦੇ ਨੇ। ਇਹ ਡਿਮਾਂਡ ਇਮੀਡੀਏਟ ਕ੍ਰੀਏਟ ਥੋੜੀ ਜ਼ਰੂਰ ਹੋਏਗੀ। ਉਹਦੇ ਨਾਲ ਹੁਣ ਅਸੀਂ ਦੇਖਣਾ ਕਿ ਉਹਦੀ ਉਨੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ, ਜਿਹੜੀ ਠੱਪ ਪਈ ਸੀ, ਉਹ ਪ੍ਰੋਡਕਸ਼ਨ ਵੀ ਉਸ ਹਿਸਾਬ ਨਾਲ ਹੋਵੇ ਔਰ ਉਸ ਹਿਸਾਬ ਨਾਲ ਲੇਬਰ ਵਗੈਰਾ ਜਿਹੜੀ ਆਏਗੀ। ਇਹ ਮੈਂ ਜ਼ਰੂਰ ਮੰਨਣਾ, ਕਿਉਂਕਿ ਲੋਕੀ ਇਹ ਸਮਝਦੇ ਨੇ, ਵੱਡੇ ਵੱਡੇ ਕਈ ਸਰਵੇ ਹੈਗੇ ਨੇ। ਕੱਲ ਮੈਂ ਉਹਦੇ ਤੇ ਮਿਰਰ ਨਾਉ ਤੇ ਹੈਗਾ ਸੀ, ਉੱਥੇ ਦੀ ਉਹ ਜਿਹੜੀ ਐਂਕਰ ਸੀ ਉਹ ਕਹਿੰਦੀ ਸਾਡਾ ਸਰਵੇ ਕਹਿੰਦਾ ਕਿ 13% MSME ਜਿਹੜੇ ਨੇ ਉਹ ਚਾਲੂ ਹੋਣਗੇ, 13%। ਪਰ ਮੈਂ ਬਠਿੰਡੇ ਦੀ ਗੱਲ ਕਰਨਾ, ਬਠਿੰਡੇ ਸਾਡੇ ਕੂਲਰ ਇੰਡਸਟਰੀ ਵਾਲੇ, ਪੱਖਿਆਂ ਵਾਲੇ ਬੜੇ ਸਾਡੇ ਮੈਂਬਰ ਹੈਗੇ ਨੇ, ਉਹ ਤੇ ਆਲਰੇਡੀ ਕੰਮ ਚਾਲੂ ਕਰ ਚੁੱਕੇ ਨੇ। ਉਹ ਕਹਿੰਦੇ ਸਾਨੂੰ ਕਰਨ ਦਿਓ, ਸਾਨੂੰ ਅੜਚਨਾ ਨਾ ਪਾਓ। ਉੱਥੇ ਦੇ ਲੋਕਲ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜਾਂ ਜਿਹੜੇ ਉੱਥੇ ਦੇ ਅਫਸਰ ਹੈਗੇ ਨੇ, ਉਹ ਤੰਗ ਕਰ ਰਹੇ ਨੇ। ਕਹਿੰਦੇ ਸਾਨੂੰ ਕੰਮ ਕਰਨ ਦਿਓ, ਅਸੀਂ ਆਪਣੇ ਆਪ ਖੜਾ ਕਰ ਲਾਂਗੇ। ਤੇ ਸਰ MSME ਕਿਸੇ ਦੇ ਭਰੋਸੇ ਨਹੀਂ ਹੈਗੇ। ਮੈਂ ਤੁਹਾਨੂੰ ਦੱਸ ਦਿਆਂ, ਇਹ ਜ਼ਰੂਰ ਹੈ ਕਿ ਸਾਡੀ ਫਾਈਨੈਂਸ਼ੀਅਲ ਪ੍ਰੋਬਲਮਸ ਹੈਗੀਆਂ ਉਹ ਅਗਰ, ਔਰ ਅਸੀਂ ਹੋਰ ਤੁਹਾਨੂੰ ਗਰੰਟੀ ਕਰਨੇ ਆ, ਸਾਡੇ ਵਰਗੇ ਜਿਹੜੇ ਚੈਂਬਰਸ ਔਰ ਜਿਹੜੇ ਸਾਡੇ ਵਰਗੇ ਫੋਰਮ ਇੱਥੇ ਬੈਠੇ ਨੇ, ਅਸੀਂ ਨੱਕ ਚਨੇ ਚਬਾ ਦੇਾਂਗੇ ਇਹਨਾਂ ਦੇ ਬੈਂਕਾਂ ਦੇ ਅਫਸਰਾਂ ਦੇ। ਅਸੀਂ ਮਿਨਿਸਟਰੀ ਆਫ MSME, ਫਾਈਨੈਂਸ ਮਿਨਿਸਟਰੀ, ਇਹਨਾਂ ਦੇ ਮਗਰ ਪੈ ਕੇ ਇਨਸ਼ੋਰ ਕਰਾਂਗੇ। ਅਨਿਲ ਜੀ ਵੀ ਸਾਡੇ ਮੈਂਬਰ ਹੈਗੇ ਨੇ। ਵੀ ਵਿਲ ਇਨਸ਼ੋਰ ਕਿ ਜਿਹੜੀਆਂ ਚੀਜ਼ਾਂ ਅਨਾਉਂਸ ਹੋਈਆਂ ਇਹ ਅੱਗੇ ਜਾਣ ਔਰ ਮਹੀਨੇ ਦੇ ਅੰਦਰ ਇਹ ਥੱਲੇ ਤੱਕ ਪਹੁੰਚਣ, ਸਹੀ ਲੋਕਾਂ ਨੂੰ ਇਹਦਾ ਫਾਇਦਾ ਮਿਲੇ। ਇਹ ਵੀ ਸਾਡੀ ਜ਼ਿੰਮੇਵਾਰੀ ਵੀ ਹੈਗੀ ਹੈ। ਸਰਕਾਰ ਉੱਤੋਂ ਅਨਾਉਂਸ ਕਰ ਦਿੰਦੀ ਹੈ, ਇਹ ਵਿੱਚ ਜਿਹੜੇ ਅਫਸਰ ਹੈਗੇ ਨੇ ਨਾ, ਇਹ ਵਿੱਚ ਕਈ ਵਾਰੀ ਉਹਨਾਂ ਚੀਜ਼ਾਂ ਨੂੰ ਰੋਕ ਦਿੰਦੇ, ਅੜਚਨਾ ਪਾਉਂਦੇ ਨੇ। ਤੇ ਸਾਡੀ ਤੁਹਾਡੀ ਮੀਡੀਆ ਦੀ ਵੀ ਅਸੀਂ ਸਹਿਯੋਗ ਲਵਾਂਗੇ। ਇਹ ਅਸੀਂ ਡੇਲੀ ਬੇਸਿਸ ਤੇ ਮੋਨੀਟਰ ਕਰਾਂਗੇ ਕਿ ਸਾਡੇ ਅਸੀਂ ਤੇ ਤੁਹਾਨੂੰ ਹੁਣ ਗੋਇੰਕਾ ਸਾਹਿਬ, ਅਸੀਂ ਤੇ ਤੁਹਾਨੂੰ ਹੁਣੇ ਸਹਿਯੋਗ ਕਰ ਰਹੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਪੈਸਾ ਆ ਰਿਹਾ ਉਹ ਜਾਣਾ ਕਿਸ ਤਰ੍ਹਾਂ ਦੇ ਨਾਲ ਹੈ ਥੱਲੇ। ਸ਼ਰਮਾ ਜੀ, ਤੁਸੀਂ ਕੁਛ ਐਡ ਕਰਨਾ ਚਾਹੋਗੇ? ਬਿਲਕੁਲ, ਇਹ ਟੈਕਨੀਕਲੀ ਇਹ ਦੱਸਾਂਗੇ। ਅਸੀਂ ਬੈਂਕਾਂ ਦੇ ਸੀਨੀਅਰ ਅਫਸਰਾਂ ਨੂੰ ਹੁਣੇ ਤੋਂ ਹੀ ਮੈਸੇਜ ਭੇਜ ਦਿੱਤਾ ਕਿ ਵੀ ਤੁਹਾਡੇ ਕਿਸੇ ਬੰਦੇ ਨੇ ਅੜਚਨ ਪਾਈ, ਅਸੀਂ ਦਰਜੀ ਚਾਦਰ ਲੈ ਕੇ ਉੱਥੇ ਬਹਿ ਜਾਣਾ। ਅਸੀਂ ਉਹਨੂੰ ਜਦੋਂ ਤੱਕ MSME ਨੂੰ ਆਪਣਾ ਮਜ਼ਦੂਰਾਂ ਔਰ ਕਿਸਾਨਾਂ ਵਾਲਾ ਰੂਪ ਨਹੀਂ ਦਿਖਾਣਗੇ ਨਾ ਜੀ, ਇਹ ਅਫਸਰਾਂ ਨੇ ਬਾਜ ਨਹੀਂ ਆਣਾ। ਸ਼ਰਮਾ ਜੀ, ਉਧਰ ਤੇ ਬੇਸਿਕਲੀ ਗੋਇੰਕਾ ਸਾਹਿਬ ਨੂੰ ਪਤਾ ਹੈਗਾ ਅੜਚਨ ਕਿੱਥੇ ਆਣੀ ਹੈ। ਜਾ ਕੇ ਉਹਨਾਂ ਨੇ ਦਰੀਆਂ ਪਹਿਲੇ ਤਿਆਰ ਕਰਕੇ ਰੱਖੀਆਂ ਹੋਈਆਂ ਵੀ ਸਾਨੂੰ ਕਦੇ ਵੀ ਵਿਛਾਣੀਆਂ ਪੈ ਸਕਦੀਆਂ। ਮਾਰਕੀਟ ਨੂੰ ਲੈ ਕੇ ਤੁਸੀਂ ਕਿਵੇਂ ਦੇਖ ਰਹੇ ਹੋ? ਡਿਮਾਂਡ ਕਿਵੇਂ ਹੋਏਗੀ ਔਰ ਤੁਸੀਂ ਕਿਹੜੇ ਉਦਯੋਗਾਂ ਨੂੰ ਦੇਖ ਰਹੇ ਹੋ ਕਿ ਇਸ ਅਨਾਉਂਸਮੈਂਟ ਦਾ ਬੈਨੀਫਿਟ ਪੰਜਾਬ ਦੇ ਵਿੱਚ ਕਿਹੜੇ ਉਦਯੋਗ ਲੈ ਸਕਦੇ ਨੇ? ਦੇਖੋ, ਇਹਦੇ ਵਿੱਚ ਅਮਿਲ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਾਂਗਾ, ਜਿਹੜੇ ਗੋਇੰਕਾ ਜੀ ਨੇ ਗੱਲ ਕੀਤੀ ਕਿ ਬੈਂਕਾਂ ਦੇ ਅੱਗੇ ਦਰੀਆਂ ਲਾ ਕੇ ਬਹਿ ਜਾਾਂਗੇ, ਉਹਦੇ 'ਚ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ MSMEs ਨੂੰ ਇਹ ਲੋਨ ਮਿਲਣਾ, ਜਿਹੜੇ 3 ਲੱਖ ਦੀ ਕੈਟਾਗਰੀ ਦੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਉਹ ਉਹਨਾਂ ਨੂੰ ਮਿਲਣਾ ਜਿਨ੍ਹਾਂ ਕੋਲ ਆਲਰੇਡੀ ਲੋਨ ਹੈਗਾ। ਤੇ ਇਸ ਕਰਕੇ ਮੈਂ ਗੋਇੰਕਾ ਜੀ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਕੋਲ ਆਲਰੇਡੀ ਲੋਨ ਹੈਗਾ ਉਹ ਬੈਂਕ ਦੇ ਨਾਲ ਆਲਰੇਡੀ ਲਾਇਸੈਂਸ ਕਰ ਰਹੇ ਹੈ। ਤੇ ਇਸ ਕਰਕੇ ਬੈਂਕਾਂ ਨੂੰ ਵੀ ਇੱਥੇ ਕੋਈ ਅੜਚਨ ਨਹੀਂ ਪਾਣੀ ਚਾਹੀਦੀ, ਕਿਉਂਕਿ ਬੈਂਕਾਂ ਦਾ ਉਹ ਰੈਗੂਲਰ ਕਸਟਮਰ ਹੈ। ਤੇ ਜੇ ਬੈਂਕਾਂ ਵਾਸਤੇ ਉਹ ਰੈਗੂਲਰ ਕਸਟਮਰ ਹੈ ਔਰ ਉਹਦਾ ਅਕਾਊਂਟ ਬੈਂਕ ਕੋਲ ਮੇਨਟੇਨਡ ਔਰ ਬੈਂਕ ਨੂੰ ਉਹਦੀ ਹਿਸਟਰੀ ਵੀ ਪਤਾ ਹੈ, ਤੇ ਜਿਹੜਾ ਐਡੀਸ਼ਨਲ ਲੋਨ ਦੇਣਾ ਹੈ ਗਵਰਨਮੈਂਟ ਨੇ, ਜਿਹੜਾ ਹੁਣ ਅਨਾਉਂਸ ਕੀਤਾ, ਜਿਹੜਾ 3 ਲੱਖ ਦੀ ਕੈਟਾਗਰੀ ਦੇ ਅੰਦਰ ਆ ਰਿਹਾ, ਉਹ ਲੋਨ ਨੂੰ ਤਾਂ ਵਿਦਆਊਟ ਐਨੀ ਫਰਦਰ delay immediately the moment the bank will receive the notification or the letter from RBI or the government or the finance ministry, ਉਹ ਲੋਨ immediately disbursement ਹੋ ਸਕਦਾ ਹੈ। ਸਿੰਪਲੀ ਇੱਕ ਕੰਸਰਨਡ ਜਿਹੜਾ MSME ਜਿਹਨੂੰ ਲੋਨ ਚਾਹੀਦਾ ਹੈ, ਉਹਦੇ ਵੱਲੋਂ ਇੱਕ ਸਿੰਪਲ ਐਪਲੀਕੇਸ਼ਨ ਆ ਜਾਏ ਕਿ ਜੀ ਮੈਨੂੰ ਇਸ ਨੋਟੀਫਿਕੇਸ਼ਨ ਦੇ ਤਹਿਤ, ਇਸ ਸਕੀਮ ਦੇ ਤਹਿਤ ਇੰਨਾ ਲੋਨ ਚਾਹੀਦਾ ਹੈ, ਇਹ ਮੇਰਾ ਅਕਾਊਂਟ ਤੁਹਾਡੇ ਕੋਲ ਮੇਨਟੇਨਡ ਹੈ। ਉਸੀ ਦੇ ਬੇਸਿਸ ਤੇ ਮੇਰੇ ਹਿਸਾਬ ਨਾਲ ਉਹ ਲੋਨ ਜਿਹੜਾ ਡਿਸਬਰਸ ਹੋ ਜਾਣਾ ਚਾਹੀਦਾ। ਉਹਦੇ ਤੇ ਕੋਈ ਫਰਦਰ ਫਾਰਮੈਲਿਟੀ, ਕੋਈ ਇਨਕਮ ਟੈਕਸ ਦੀ ਰਿਟਰਨ, ਕੋਈ ਬੈਲੈਂਸ ਸ਼ੀਟ ਜਾਂ ਕੁਝ ਹੋਰ ਦੇਖਣ ਦੀ ਬੈਂਕ ਨੂੰ ਜ਼ਰੂਰਤ ਨਹੀਂ ਹੋਣੀ ਚਾਹੀਦੀ।
ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਕਿ ਮਾਰਕੀਟ ਦੇ ਅੰਦਰ ਡਿਮਾਂਡ ਕਿਵੇਂ ਜਨਰੇਟ ਹੋਵੇ। ਹੁਣ ਉਹਦੇ ਵਿੱਚ ਦੇਖੋ ਅੱਜ ਵੀ ਆਪਾਂ ਗੱਲ ਕਰੀਏ ਕਿ ਸਰਕਾਰੀ ਅਦਾਰੇ ਵੀ ਅੱਧੇ 30% ਤੇ ਸਰਕਾਰੀ ਅਦਾਰੇ ਕੰਮ ਕਰ ਰਹੇ ਹਨ। कोई और दूसरी इंस्टीट्यूशन हैं या कंपनीज भी हैं या कोई मैन्युफैक्चरिंग सेक्टर भी है या कोई होर इदां दा कोई बिजनेस अदारा है, वो भी 30% या 35% ਦੇ ਉੱਤੇ ਕੰਮ ਕਰ ਰਿਹਾ ਹੈ। ਸਕੂਲ ਸਾਰੇ ਬੰਦ ਹੈ, ਕਾਲਜ ਸਾਰੇ ਬੰਦ ਹੈ। ਸਰਕਾਰੀ ਹੋਰ ਐਸੇ ਡਿਪਾਰਟਮੈਂਟ ਜਿਹੜੇ ਜੇ ਕੋਈ ਸਰਵਿਸ ਚੱਲ ਰਹੀ ਹੈ ਤੇ ਮੈਡੀਕਲ ਸਰਵਿਸ ਚੱਲ ਰਹੀ ਹੈ। ਔਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਪ੍ਰਾਈਵੇਟ ਹਸਪੀਟਲ ਨੇ ਕੰਮ ਕਰਨ ਤੋਂ ਮਨਾ ਕਰਤਾ ਸੀ ਕੋਵਿਡ ਦੇ ਅੰਦਰ। ਇਹ ਤਾਂ ਅਗਰ ਸਰਕਾਰ ਅਗਰ ਥੋੜਾ ਆਪਣਾ ਦਮਖਮ ਨਹੀਂ ਦਿਖਾਉਂਦੀ ਤੇ ਸ਼ਾਇਦ ਉਹ ਕਦੇ ਵੀ ਆਪਣੇ ਹਸਪੀਟਲ ਨਹੀਂ ਖੋਲਦੇ। ਉਹਨਾਂ ਦੇ ਪ੍ਰਾਈਵੇਟ ਸੈਕਟਰ ਦੇ ਜਿੰਨੇ ਵੀ ਹਸਪੀਟਲ ਹੈ, ਜਿੰਨੇ ਵੀ ਓਪੀਡੀ ਹੈ, ਜਿੰਨੇ ਵੀ ਨਰਸਿੰਗ ਹਸਪੀਟਲਸ ਹੈ, ਸਾਰੇ ਖੁੱਲਣੇ ਚਾਹੀਦੇ ਹੈ। ਸਾਰੀ ਮੈਡੀਕਲ ਸ਼ਾਪਸ ਖੁੱਲਣੀਆਂ ਚਾਹੀਦੀਆਂ ਤਾਂ ਕਿ ਜਿਹੜੀ ਇਹ ਫਾਰਮਾਸਿਊਟੀਕਲ ਵਾਲੀ ਸੈਗਮੈਂਟ ਹੈ, ਉਸ ਤੋਂ ਇਲਾਵਾ ਜਿਹੜੀ ਤੁਹਾਡੀ ਰਿਟੇਲ 'ਚ ਤੁਹਾਡੀ ਰੋਜ਼ ਦੀ ਗਰੋਸਰੀ ਵਾਲੀ ਸੈਗਮੈਂਟ ਹੈ ਜਾਂ ਜਿਹੜੀ ਸਬਜ਼ੀ ਵਾਲੀ ਸੈਗਮੈਂਟ ਹੈ, ਇਹ ਤਾਂ ਘੱਟੋ ਘੱਟ ਰੋਜ਼ ਕੰਜ਼ੰਪਸ਼ਨ ਹੋ ਰਹੀ ਹੈ ਨਾ। ਇਹਦੇ ਤੇ ਤਾਂ ਕੋਈ ਦਿੱਕਤ ਆਣੀ ਹੀ ਨਹੀਂ ਚਾਹੀਦੀ। ਔਰ ਗਵਰਨਮੈਂਟ ਨੂੰ ਔਰ ਤੇ ਪਬਲਿਕ ਨੂੰ ਵੀ ਧਿਆਨ ਰੱਖਦੇ ਹੋਏ ਕੋਵਿਡ ਦਾ ਇਹ ਵਾਲੀ ਸੈਗਮੈਂਟ ਤੇ ਚੱਲਦੀ ਰਹਿਣੀ ਚਾਹੀਦੀ ਹੈ। ਉਸ ਤੋਂ ਬਾਅਦ ਕਿਉਂਕਿ ਹਾਲਾਤ ਇਦਾਂ ਦੇ ਆ ਕਿ ਆਪਾਂ ਨੂੰ ਜ਼ਿੰਦਗੀ ਵੀ ਜੀਣੀ ਹੈ ਔਰ ਆਪਣੇ ਆਪ ਨੂੰ ਸੰਭਾਲਣਾ ਵੀ ਹੈ। ਸ਼ਰਮਾ ਜੀ, ਜਿਹੜੀ ਟੈਕਸਟਾਈਲ ਸਟੀਲ ਇੰਡਸਟਰੀ, ਟੈਕਸਟਾਈਲ ਇੰਡਸਟਰੀ ਪੰਜਾਬ ਦੇ ਵਿੱਚ, ਬਟਾਲੇ ਦੇ ਵਿੱਚ, ਡਿਸਟ੍ਰਿਕਟ ਦੇ ਵਿੱਚ ਜਿਹੜੀ ਫਾਊਂਡਰੀ ਆ, ਇਹਨਾਂ ਚੀਜ਼ਾਂ ਦੇ ਰਿਵਾਈਵਲ ਨੂੰ ਕਿਵੇਂ ਇਹ ਚੀਜ਼ ਹੈਲਪ ਕਰੇਗੀ? ਸਰ ਦੇਖੋ, ਟੈਕਸਟਾਈਲ ਦੀ ਜਿਹੜੀ ਗੱਲ ਕਰੀਏ, ਤੁਸੀਂ ਪੰਜਾਬ ਚੋਂ ਟੈਕਸਟਾਈਲ ਦਾ ਬਹੁਤ ਸਾਰਾ ਸਮਾਨ ਪੰਜਾਬ ਤੋਂ ਬਾਹਰ ਜਾ ਕੇ ਵਿਕਦਾ ਹੈ। ਜਿੰਨੇ ਵੀ ਆਪਣੇ ਹਿੰਦੁਸਤਾਨ ਦੇ ਜਾਂ ਇੰਟਰਨੈਸ਼ਨਲ ਬ੍ਰਾਂਡ ਹੈ, ਉਹ ਆਪਣਾ ਕੰਮ ਲੁਧਿਆਣਾ ਦੇ ਜਿੰਨੇ ਵੀ ਲੂਮ ਹੈ ਜਾਂ ਲੁਧਿਆਣਾ ਦੇ ਜਿਹੜੇ ਯਾਰਨ ਹਾਊਸਿਸ ਹੈ ਜਾਂ ਗਾਰਮੈਂਟ ਹਾਊਸਿਸ ਹੈ, ਉਹਨਾਂ ਤੋਂ ਆਪਣੇ ਸਮਾਨ ਦੀ ਮੈਨੂਫੈਕਚਰਿੰਗ ਕਰਾ ਕੇ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਵੇਚਦੇ ਹੈ। ਉਹਨਾਂ ਦਾ ਕਹਿਣਾ ਇਹ ਹੈ ਕਿ ਯੂਰਪ 'ਚ ਜਾਂ ਅਮਰੀਕਾ ਦੇ ਅੰਦਰ ਜਾਂ ਇਵਨ ਇੰਡੀਆ ਦੇ ਅੰਦਰ ਵੀ ਜਿਹੜੀ ਮੈਟਰੋ ਸਿਟੀ ਜਿਹੜੀ ਮੇਜਰ ਕੰਜ਼ੰਪਸ਼ਨ ਕਰਦੀ ਹੈ, ਉੱਥੇ ਵੀ ਹਜੇ ਪੂਰੀ ਤਰ੍ਹਾਂ ਨਾਲ ਕੰਜ਼ੰਪਸ਼ਨ ਸ਼ੁਰੂ ਨਹੀਂ ਹੋਈ। ਜੇ ਉੱਥੇ ਕੰਜ਼ੰਪਸ਼ਨ ਸ਼ੁਰੂ ਨਹੀਂ ਹੋਈ ਤੇ ਜਿਹੜਾ ਕੁਝ ਪੰਜਾਬ 'ਚ ਆਲਰੇਡੀ ਬਣਿਆ ਹੈ ਜਾਂ ਬਣਨ ਦੇ ਪ੍ਰੋਸੈਸ 'ਚ ਹੈ, ਉਹ ਤਦ ਤੱਕ ਅੱਗੇ ਨਹੀਂ ਵਧੇਗਾ ਜਦ ਤੱਕ ਡਾਊਨ ਦਾ ਲਾਈਨ ਮੈਟਰੋ 'ਚੋਂ ਜਾਂ ਦੂਜੇ ਸਿਟੀਜ਼ ਦੇ ਵਿੱਚੋਂ ਜਾਂ ਦੂਜੇ ਸਟੇਟਾਂ ਵਿੱਚੋਂ ਡਿਮਾਂਡ ਨਹੀਂ ਆਉਂਦੀ। ਇਸ ਕਰਕੇ ਇੱਥੇ ਥੋੜੀ ਦਿੱਕਤ ਜੀ ਨਜ਼ਰ ਆ ਰਹੀ ਹੈ। ਤੇ ਇਹ ਡਿਪੈਂਡ ਕਰੇਗਾ, ਜਿਵੇਂ ਆਪਾਂ ਦਿੱਲੀ ਦੀ ਗੱਲ ਕਰ ਲਈਏ ਕਿ ਪੰਜਾਬ 'ਚੋਂ ਕਾਫੀ ਮਾਲ ਦਿੱਲੀ ਜਾ ਕੇ ਵਿਕਦਾ ਹੈ। ਹੁਣ ਦਿੱਲੀ ਵਿੱਚ ਇੰਨੇ ਜ਼ਿਆਦਾ ਰੈੱਡ ਜ਼ੋਨ ਬਣੇ ਹੋਏ ਆਲਰੇਡੀ, ਤੇ ਸਰਕਾਰ ਯਾਨੀ ਕਿ ਦਿੱਲੀ ਦੀ ਸਰਕਾਰ ਜਿਹਦੇ ਤੇ ਪੰਜਾਬ ਦਾ ਕੋਈ ਕੰਟਰੋਲ ਨਹੀਂ ਹੈ, ਪੰਜਾਬ ਦੇ ਉੱਤੇ ਦਿੱਲੀ ਦਾ ਕੋਈ ਕੰਟਰੋਲ ਨਹੀਂ ਹੈ, ਜਿਹੜੀ ਇਹ ਚੇਨ ਸਪਲਾਈ ਬੰਦ ਹੋ ਰੱਖੀ ਹੈ, ਇਸ ਨੂੰ ਕਿੱਦਾਂ ਖੋਲ੍ਹਿਆ ਜਾਵੇ? ਇਹ ਖੋਲ੍ਹਣ ਵਾਸਤੇ ਕਾਫੀ ਕੁਝ ਡਿਪੈਂਡ ਕਰਦਾ ਦਿੱਲੀ ਉੱਤੇ। ਔਰ ਦਿੱਲੀ ਵਿੱਚ ਇੰਨੇ ਜ਼ਿਆਦਾ ਰੈੱਡ ਜ਼ੋਨ ਬਣੇ ਹੋਏ ਆ ਕਿ ਉੱਥੇ ਪੂਰੀ ਮਾਰਕੀਟ ਜਾਂ ਪੂਰੇ ਲੋਕ ਬਾਹਰ ਨਹੀਂ ਆ ਰਹੇ। ਜੇ ਉਹ ਸਿਚੁਏਸ਼ਨ ਜਦ ਤੱਕ ਬਣੀ ਰਹੇਗੀ, ਮੈਂ ਨਹੀਂ ਸਮਝਦਾ ਕਿ ਟੈਕਸਟਾਈਲ ਇੰਡਸਟਰੀ ਹੋਵੇ ਜਾਂ ਸਟੀਲ ਇੰਡਸਟਰੀ ਹੋਵੇ, ਕੋਈ ਪੰਜਾਬ ਆਪਣੀ ਪ੍ਰੋਡਕਸ਼ਨ ਦਾ ਕਿੰਨਾ ਖਪਤ ਕਰ ਲੇਗਾ। ਔਰ ਪੰਜਾਬ ਖੁਦ ਰੈੱਡ ਜ਼ੋਨ 'ਚ ਭੁਗਤ ਰਿਹਾ ਹੈ। ਤੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਜਿੰਨੀ ਜਲਦੀ ਰੈੱਡ ਜ਼ੋਨ ਖਤਮ ਹੋਣ, ਆਪਾਂ ਗ੍ਰੀਨ ਜ਼ੋਨ ਚਾਹੀਏ ਜਾਂ ਯੈਲੋ ਜ਼ੋਨ ਚਾਹੀਏ, ਤੇ ਸ਼ਾਇਦ ਉਹਦੇ ਨਾਲ ਇੰਡਸਟਰੀ ਦੀ ਜਾਂ ਇਕਨੋਮੀ ਦੀ ਐਕਟੀਵਿਟੀ ਥੋੜੀ ਫਾਸਟ ਹੋਏਗੀ ਤੇ ਥੋੜਾ ਪੋਜ਼ਿਟਿਵ ਸਾਈਡ ਤੇ ਜਾਏਗਾ ਕੰਮ। ਸ਼ਰਮਾ ਜੀ, ਮੈਂ ਜਿਸ ਚੀਜ਼ ਦਾ ਗੋਇੰਕਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਕਿ ਬੈਂਕ, ਕਿਉਂਕਿ ਉਹਨਾਂ ਨੂੰ ਡਾਊਟ ਹੈਗਾ ਕਿ ਸਰਕਾਰ ਦੀ ਇੱਕ ਅੱਛੀ ਮਨਸ਼ਾ ਹੋ ਸਕਦੀ ਹੈ ਕਿ ਉਹਨਾਂ ਨੇ ਅਨਾਉਂਸ ਕਰ ਦਿੱਤਾ, ਇੰਡਸਟਰੀਲਿਸਟ ਚਾਹੇ ਛੋਟਾ ਹੈਗਾ ਵੱਡਾ ਹੈਗਾ, ਉਹ ਇੰਤਜ਼ਾਰ ਦੇ ਵਿੱਚ ਹੈਗਾ ਕਿ ਸਰਕਾਰ ਸਾਡੀ ਕਿਸੇ ਤਰ੍ਹਾਂ ਦੇ ਨਾਲ ਮਦਦ ਕਰੇ। ਵਿੱਚ ਖੜੇ ਬੈਂਕਾਂ ਦੀ ਇਸ ਸਮੇਂ ਸਥਿਤੀ ਹੈਗੀ ਹੈ ਕਿ ਲੋਨ ਦੇ ਸਕਣ? ਪਾਮਿਲ ਜੀ, ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਰਦਾ ਕਿ ਜਿਹੜੀ ਸਾਡੀ ਮੈਨੂਫੈਕਚਰਿੰਗ ਸੈਕਟਰ 'ਚ, MSME ਸੈਕਟਰ 'ਚ ਵੱਡਾ ਅਦਾਰੇ ਹਨ, ਇਹ ਸਾਰੇ ਕੋਵਿਡ-19 ਤੋਂ ਪਹਿਲਾਂ ਵੀ ਅੰਡਰ ਯੂਟਿਲਾਈਜ਼ ਸੀਗੇ। ਉਹਨਾਂ ਕੋਲ ਅਗਰ 100 ਯੂਨਿਟ ਬਣਾਉਣ ਦੀ ਕੈਪੈਸਿਟੀ ਹੈ, 100 ਨੰਬਰ ਪ੍ਰੋਡਕਟ ਬਣਾਉਣ ਦੀ ਕੈਪੈਸਿਟੀ ਤੇ ਉਹ 70, 80, 90 ਤੱਕ ਬਣਾ ਰਹੇ ਸੀਗੇ। ਉਹਨਾਂ ਕੋਲ ਮੈਨੂਫੈਕਚਰਿੰਗ ਕਰਨ ਦੀ क्षमता हैगी है और वो किसी ना किसी तरीके ਨਾਲ डिमांड भी क्रिएट कर लेंगे। ਦਿੱਕਤ ਆ ਰਹੀ ਹੈ ਕਿ ਜਿਵੇਂ ਗੋਇੰਕਾ ਜੀ ਦਾ ਜਿਹੜਾ ਡਰ ਹੈ ਉਹ ਸਹੀ ਹੈ ਕਿ ਬੈਂਕ ਦਾ ਕਿਵੇਂ ਦਾ ਬਿਹੇਵੀਅਰ ਰਹੇਗਾ। ਤੇ ਬੈਂਕ ਦੀ ਸਿਰਫ ਦਿੱਕਤ ਕੀ ਆ ਰਹੀ ਹੈ? ਬੈਂਕ ਦੀ ਦਿੱਕਤ ਇਹ ਰਹੀ ਜਿਹੜੇ ਪਿਛਲੇ ਦਿਨਾਂ 'ਚ NPA ਦਾ ਇੰਨਾ ਰੌਲਾ ਪਿਆ ਔਰ ਸਾਡੇ ਜਿਹੜੇ ਭਗੌੜੇ ਦੇਸ਼ ਛੱਡ ਕੇ ਭੱਜ ਗਏ, ਤੇ ਉੱਥੇ ਬੈਂਕ ਥੋੜਾ ਡਰਦਾ ਹੈ ਕਿ ਜੇ ਮੈਂ ਲੋਨ ਦੇ ਦਾਂ, ਕੱਲ ਨੂੰ ਇਹ ਵੀ ਲੋਨ ਮੇਰੇ ਅਗਰ NPA ਦੇ ਅੰਦਰ ਆ ਕੇ ਐਡ ਹੋ ਗਿਆ ਤਾਂ ਮੈਂ ਕਿੱਥੇ ਜਾਵਾਂਗਾ। ਜਾਂ ਜਿਹੜੇ ਕੰਸਰਨਡ ਆਫੀਸਰਸ ਹੈ ਉਹ ਇਸ ਗੱਲ ਤੋਂ ਥੋੜਾ ਡਰਦੇ ਹੈ ਕਿ ਅਸੀਂ ਲੋਨ ਦਿੰਦੇ ਵਕਤ ਕੀ ਪ੍ਰੀਕਾਸ਼ਨ ਲਿੱਤੇ ਜਾਵੇ ਤਾਂ ਕਿ ਸਾਡਾ ਜੇ ਲੋਨ ਦੇਣਾ ਦਿੱਤਾ ਜਾਵੇ ਲੇਕਿਨ ਕੱਲ ਨੂੰ NPA 'ਚ ਕਨਵਰਟ ਨਾ ਹੋ ਜਾਵੇ। ਉਹਦੇ ਵਾਸਤੇ ਮੈਂ ਇੱਕ ਇੰਡਸਟਰੀਲਿਸਟ ਹੋਣ ਦੇ ਨਾਤੇ ਮੈਂ ਥੋੜੀ ਉਸ ਪਾਸੇ ਗੱਲ ਕਰਾਂਗਾ ਕਿ ਸਰ ਇਹ ਬੈਂਕਾਂ ਦੇ ਕੋਲ ਪੈਸੇ, ਮੈਨੂੰ ਇਹ ਟੈਕਨੀਕਲ ਪੁਆਇੰਟ ਅਗਰ ਰਿਵਰਸ ਰੈਪੋ ਇੱਕ ਹੁੰਦੀ ਹੈ ਕੋਈ, ਉਹ ਕਹਿੰਦੇ ਨੇ ਪੈਸੇ ਦਿੰਦੇ ਹੀ ਨਹੀਂ, ਉਹ ਵਾਪਸ ਰਿਜ਼ਰਵ ਬੈਂਕ 'ਚ ਜਮ੍ਹਾਂ ਕਰਾਉਂਦੇ ਬੈਂਕ ਵਾਲੇ। ਕਿਉਂ ਕਰਦੇ ਨੇ? ਕਿਉਂ ਨਹੀਂ ਦਿੰਦੇ? ਇਹਨਾਂ ਦੇ ਪਿਓ ਦੇ ਪੈਸੇ ਹੈਗੇ ਨੇ। ਸਰਕਾਰ ਨੇ ਅਗਰ 3 ਲੱਖ ਕਰੋੜ ਦੀ ਗਰੰਟੀ ਦਿੱਤੀ ਹੈ ਤੇ ਸਰਕਾਰ ਦੀ ਗਰੰਟੀ ਹੈਗੀ ਹੈ, ਕਿਉਂ ਆਰਾਮ ਨਾਲ ਦੇਣ? ਸਰਕਾਰ ਜਦੋਂ ਕਹਿ ਰਹੀ ਹੈ ਅਸੀਂ ਗਰੰਟੀ ਕਰਦੇ ਪਏ ਹਾਂ,
ਕੋਈ ਕੋਲੈਟਰਲ ਨਹੀਂ ਲੈਣੀ, ਤੁਹਾਨੂੰ ਪੈਸੇ ਨਹੀਂ ਆਣਗੇ, 80% ਅਸੀਂ ਦੇਾਂਗੇ, ਫਿਰ ਵੀ ਇਹ ਨਹੀਂ ਦਿੰਦੇ। ਕਿਉਂ ਪਰ ਨਹੀਂ? ਗੋਇੰਕਾ ਸਾਹਿਬ ਸਰਕਾਰ ਇਸ ਤਰ੍ਹਾਂ ਦੀ ਅਨਾਉਂਸਮੈਂਟ ਵਿੱਚ ਤੇ ਨਹੀਂ ਨਾ ਕਰ ਰਹੀ, ਜਾਂ ਤੁਹਾਡੇ ਵਰਗੀ ਐਸੋਸੀਏਸ਼ਨਸ ਜਿਹੜੀਆਂ ਸਟਰੋਂਗ ਹੈਗੀਆਂ ਨੇ, ਜਿਹੜੀਆਂ ਰਿਪਰੈਜ਼ੈਂਟ ਕਰਦੀਆਂ ਨੇ ਇੰਡਸਟਰੀ ਨੂੰ, ਉਹ ਇਸ ਤਰ੍ਹਾਂ ਦੀ ਸਰਕਾਰ ਕੋ ਅਨਾਉਂਸਮੈਂਟ ਵੀ ਕਰਵਾ ਸਕਦੀਆਂ ਨੇ ਕਿ ਹਾਲਾਂਕਿ ਇੱਕ ਨਿਯਮ ਹੁੰਦੇ ਨੇ ਪਰ ਉਹ ਫੋਲੋ ਨਹੀਂ ਹੁੰਦੇ, ਕਿ ਜੇ ਕੋਈ ਲੋਨ ਨਹੀਂ ਦਿੰਦਾ ਉਦਯੋਗਾਂ ਨੂੰ, ਉਹ ਕੰਪਲੇਂਟ ਕਰਨ ਤੇ ਉਸ ਤੇ ਕਾਰਵਾਈ ਇੰਸ਼ੋਰ ਕੀਤੀ ਜਾਵੇ। ਇਹ ਚੀਜ਼ਾਂ ਨਹੀਂ ਹੁੰਦੀਆਂ, ਇਸੇ ਲਈ ਲੋਨ ਤੋਂ ਹੱਥ ਪਿੱਛੇ ਖਿੱਚ ਲੈਂਦੇ ਨੇ ਬੈਂਕ, ਕਿਉਂਕਿ ਪਤਾ ਵੀ ਕਾਰਵਾਈ ਉਸ ਢੰਗ ਦੇ ਨਾਲ ਨਹੀਂ ਹੋ ਪਾਉਂਦੀ। ਸੋ ਇਹ ਦੇਖੋ, ਇਹਦੇ ਵਾਸਤੇ ਮੈਂ ਸਾਰੇ ਆਪਣੇ MSME ਭਰਾਵਾਂ ਨੂੰ ਔਰ ਜਿੰਨੀ MSME ਐਸੋਸੀਏਸ਼ਨਾਂ ਹੈਗੀਆਂ, ਉਹ ਆਪਣਾ ਸਵਾਰਥ ਛੱਡ ਕੇ ਉਹ ਸਾਰੇ ਇਕੱਠੇ ਹੋ ਜਾਓ, ਕਿਉਂਕਿ ਦੇਖੋ ਅੱਜ ਜ਼ਮਾਨਾ ਹੈਗਾ ਵੋਟ ਪਾਵਰ ਦਾ। ਹਾਂਜੀ, ਕਿਸਾਨਾਂ ਦਾ ਵੋਟ ਪਾਵਰ ਹੈਗੀ ਹੈ, ਮਜ਼ਦੂਰਾਂ ਦੇ ਕੀ ਹੈ, ਅਸੀਂ ਹੈਗੇ ਹਾਂ ਦਿਹਾੜੀ ਮਜ਼ਦੂਰ, ਅਸੀਂ ਸਵੇਰੇ ਕੂਆਂ ਖੋਦਦੇ ਹਾਂ, ਰਾਤੀ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਸਾਨੂੰ ਇਕੱਠੇ ਹੋ ਕੇ, ਕਿਉਂਕਿ ਮੈਂ ਵੀ ਤਾਦੀ ਲੜਾਈ ਲੜਨਾ ਅਗਰ ਮੇਰੇ ਪਿੱਛੇ ਮੇਰੀ MSMEਆਂ ਦੀ ਫੌਜ ਹੋਵੇ। ਦੇਖੋ ਇਹ ਮੈਂ ਗਰੰਟੀ ਕਰਦਾ, ਸਰਕਾਰ ਦੀ ਨੀਅਤ ਠੀਕ ਹੈਗੀ ਆ, ਸਰਕਾਰ ਨੇ ਠੀਕ ਨੀਅਤ ਨਾਲ ਕੰਮ ਕਰ ਰਹੀ ਹੈ, ਪੰਜਾਬ ਦੀ ਸਰਕਾਰ ਦੀ ਨੀਅਤ ਠੀਕ ਹੈਗੀ ਆ। ਹੁਣ ਸਿਰਫ ਹੈਗਾ ਕਿ ਵਿੱਚ ਜਿੱਥੇ ਅਟਕਦਾ ਅਸੀਂ ਉੱਥੇ ਦੇਖਣਾ, ਗਰੀਸ ਲਾਣੀ ਉੱਥੇ। ਤੇ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਿਮਾਂਡ ਦੀ ਟੈਕਸਟਾਈਲ ਦੀ ਗੱਲ ਕੀਤੀ, ਸਾਡੇ ਮੈਂਬਰ ਹੈਗੇ ਲੁਧਿਆਣੇ ਵਿੱਚ, ਉਹ ਬਣਾਉਂਦੇ ਸੀ, ਹੁਣ ਉਹਨਾਂ ਨੇ ਡਾਇਵਰਸੀਫਿਕੇਸ਼ਨ ਕੀਤੀ। ਇਹ MSME ਦੀ ਪਾਵਰ ਹੈਗੀ ਹੈ, ਉਹਨਾਂ ਨੇ ਡਾਇਵਰਸੀਫਾਈ ਕਰਕੇ ਮਾਸਕ ਬਣਾਉਣੇ ਸ਼ੁਰੂ ਕਰਤੇ, ਬਰੀਦੇਬਲ ਓਵਰਆਲਸ ਬਣਾਉਣੇ ਸ਼ੁਰੂ ਕੀਤੇ। ਜਿਹੜੀਆਂ PP ਕਿਟਾਂ ਹੈਗੀਆਂ ਦੂਜੀਆਂ ਡਿਸਪੋਜ਼ੇਬਲ, ਉਹ ਬਰੀਦੇਬਲ ਨਹੀਂ ਹੈਗੀਆਂ, ਉਹ ਇਹਨਾਂ ਨੇ ਬਰੀਦੇਬਲ ਬਣਾਤੀਆਂ। ਉਹਦੀ ਡਿਮਾਂਡ ਅਮਰੀਕਾ ਤੋਂ ਆ ਰਹੀ ਹੈ। ਮਾਸਕ ਡਿਜ਼ਾਈਨਰ ਮਾਸਕ ਬਣਾਤੇ ਨੇ, ਉਹਨਾਂ ਦੀ ਕਈ ਵੱਡੇ ਬ੍ਰਾਂਡ, ਕਈ ਵੱਡੇ ਲੇਬਲ ਉਹਨਾਂ ਨੂੰ ਆਰਡਰ ਭੇਜ ਰਹੇ ਨੇ। ਤੇ ਇਹ ਡਾਇਵਰਸੀਫਿਕੇਸ਼ਨ ਦੀ ਪਾਵਰ ਜਿਹੜੀ ਹੈ MSME ਚ ਹੈਗੀ ਹੈ। ਵੱਡੇ ਯੂਨਿਟ ਡਾਇਵਰਸੀਫਾਈ ਕਰਨ 'ਚ 6 ਮਹੀਨੇ ਲੱਗ ਜਾਣਗੇ, ਸਾਡੇ MSME ਫਟਾਫਟ ਡਾਇਵਰਸੀਫਾਈ ਕਰ ਸਕਦੇ ਆ। ਸਿਰਫ ਮੇਰੀ ਇੱਕੋ ਹੀ ਰਿਕੁਐਸਟ ਹੈਗੀ ਹੈ ਸਰਕਾਰਾਂ ਨੂੰ, ਉਹ ਸਾਨੂੰ ਕੰਮ ਕਰਨ ਦਿਓ, ਸਾਨੂੰ ਕੁਝ ਨਾ ਦੇਣਾ। ਸਾਡੇ ਤੇ ਜਿਹੜੀਆਂ ਕੰਪਲਾਇੰਸਿਸ ਹੈਗੀਆਂ, ਜਿਹੜੀਆਂ ਇੰਪਲੀਮੈਂਟੇਸ਼ਨ ਹੈਗੀਆਂ, ਇਹਨੂੰ ਠੀਕ ਕਰ ਦਿਓ ਔਰ ਇਹ ਸਾਨੂੰ ਤੰਗ ਨਾ ਕੀਤਾ ਜਾਵੇ। ਅਸੀਂ ਦੇਖੋ ਮਹੀਨੇ 2 ਮਹੀਨੇ 'ਚ ਪ੍ਰੋਡਕਸ਼ਨ ਵੀ ਖੜੀ ਕਰ ਦਿਆਂਗੇ, ਸਾਡੇ ਜੇਬਾਂ 'ਚ ਪੈਸੇ ਵੀ ਆਉਣਗੇ, ਅਸੀਂ ਡਿਮਾਂਡ ਵੀ ਖੜੀ ਕਰ ਦਿਆਂਗੇ ਔਰ ਦੇਸ਼ ਦੀ ਅਸੀਂ ਰੀੜ੍ਹ ਦੀ ਹੱਡੀ ਹੈਗੇ ਆ। ਸਰ MSME ਇਸ ਦੇਸ਼ ਦੀ ਇਕਨੋਮਿਕ ਆਰਮੀ ਹੈਗੇ ਨੇ। ਜਿੰਨੀ ਸਪਲਾਈ ਚੇਨ, ਘਰ ਦਵਾਈਆਂ ਪਹੁੰਚਾਉਣੀਆਂ, ਖਾਣਾ ਪਹੁੰਚਾਉਣਾ, ਸਬਜ਼ੀਆਂ ਪਹੁੰਚਾਉਣੀਆਂ, ਕਿਹਨਾਂ ਨੇ ਕੀਤੀਆਂ? MSME ਨੇ ਕੀਤੀਆਂ। ਇਹ ਜਿਹੜੇ ਐਮਾਜ਼ੋਨ, ਫਲਿੱਪਕਾਰਟ, ਵੱਡੇ ਕਰੋੜਾਂ ਇੱਥੇ ਪੈਸੇ ਕਮਾਉਂਦੇ ਸੀ, ਸਭ ਨਸ ਗਏ। ਸਿਰਫ ਸਾਡੇ ਦੇਸੀ MSMEਆਂ ਨੇ ਇਹ ਸਾਰਾ ਸਾਂਭਿਆ। ਇੰਗਲੈਂਡ ਵਿੱਚ ਵੀ ਉੱਥੇ ਸੜਕਾਂ ਤੇ ਅਫਰਾ ਤਫਰੀ ਮਚ ਗਈ ਸਪਲਾਈ ਚੇਨ ਨਾ ਹੋਣ ਕਰਕੇ, ਉਹਨਾਂ ਨੇ ਸੁਪਰ ਮਾਰਕੀਟਾਂ ਤੋੜਤੀਆਂ, ਉੱਥੇ ਪੱਥਰਬਾਜ਼ੀ ਕੀਤੀ। ਸਾਡੇ ਦੇਸ਼ ਕਿਉਂ ਨਹੀਂ ਹੋਈ? ਕਿਉਂਕਿ MSMEਆਂ ਦੀ ਆਰਮੀ ਖੜੀ ਸੀ। ਜਿਸ ਤਰ੍ਹਾਂ ਡਾਕਟਰ ਖੜੇ ਨੇ, ਉਸ ਤਰ੍ਹਾਂ MSME ਆਰਮੀ ਹੈਗੀ ਸਾਡੀ। ਉਹਨਾਂ ਨੇ ਇਕਨੋਮੀ ਨੂੰ ਸਾਂਭਿਆ, ਅਸੀਂ ਅੱਗੇ ਵੀ ਸਾਂਭਾਂਗੇ। ਕੋਈ, ਮੈਂ ਸਾਰਿਆਂ ਨੂੰ ਕਹਿਣਾ, ਕੋਈ ਮਾਯੂਸ ਹੋਣ ਦੀ ਲੋੜ ਨਹੀਂ ਹੈਗੀ। ਅਸੀਂ ਅੱਗੇ ਵੀ ਕਿਸੇ ਭਰੋਸੇ ਤੇ ਨਹੀਂ ਚੱਲੇ। ਸਰ ਮੈਂ 2018 'ਚ ਜਿਹੜੀ ਗ੍ਰੇਟ ਰਿਸੈਸ਼ਨ ਆਇਆ ਸੀ, ਮੈਂ ਅਮਰੀਕਾ ਗਿਆ, ਉਹ ਮੈਨੂੰ ਪੁੱਛਣ ਲੱਗੇ ਵੀ ਤੁਸੀਂ ਕਿਸ ਤਰ੍ਹਾਂ ਗ੍ਰੇਟ ਰਿਸੈਸ਼ਨ ਨੂੰ ਓਵਰਕਮ ਕਰ ਲਿਆ, ਕਿਉਂਕਿ ਇੰਡੀਆ ਉਦੋਂ ਵੀ ਜਿੱਤ ਗਿਆ ਸੀ। ਮੈਂ ਕਿਹਾ ਸਾਡੇ ਘਰ ਦੀਆਂ ਜਨਾਨੀਆਂ ਜਿਹੜੀਆਂ ਨੇ, ਉਹ ਸਾਲ 2-2 ਸਾਲ ਆਮਦਨ ਨਾ ਵੀ ਹੋਏ ਘਰ ਚਲਾ ਲੈਣਗੀਆਂ। ਮੈਂ ਇਹ ਸਾਡੀ ਘਰਾਂ ਦੀ ਪਾਵਰ ਹੈਗੀ ਹੈ। ਸੋ ਅਸੀਂ ਕੋਈ ਨਹੀਂ ਬੁਝੇ ਹੋਏ, ਅਸੀਂ ਕੋਈ ਨਹੀਂ ਡਿੱਗੇ ਹੋਏ। ਸਾਡੇ ਮੋਰੇਲ ਜਿਹੜੇ ਨੇ ਉਹ ਜ਼ਰੂਰ ਸਲੋ ਸੀਗੇ, ਉਹ ਹੁਣ ਬੂਸਟ ਨੇ ਕਿ ਪੈਸਾ ਬੈਂਕਾਂ ਤੋਂ ਮਿਲੇਗਾ, ਡਿਮਾਂਡ ਜਨਰੇਟ ਹੋਏਗੀ, ਸਾਡੀ ਫੈਕਟਰੀਆਂ ਚੱਲਣਗੀਆਂ, ਲੇਬਰ ਵਾਪਸ ਆਏਗੀ। ਇਹ ਸਾਰੀਆਂ ਚੀਜ਼ਾਂ ਨਾਲ ਸਾਡੇ ਜਿਹੜੇ MSME ਨੇ ਬਹੁਤ ਤੇਜ਼ੀ। ਉਹ ਪੰਜਾਬ ਦੇ ਤੇ ਵੈਸੇ ਉਦਮੀ ਹੈਗੇ ਨੇ ਬੜੇ, ਉਹ ਤੇ ਰੇਗਿਸਤਾਨ 'ਚ, ਸਾਰੇ ਰੇਗਿਸਤਾਨਾਂ 'ਚ ਜਾ ਕੇ ਇਹਨਾਂ ਨੇ ਖੇਤੀਆਂ ਬਣਾਤੀਆਂ। ਪੰਜਾਬ ਵਾਲੇ ਜਿਹੜੇ ਹੈਗੇ ਮੁਹਤਾਜ ਨਹੀਂ। ਗੋਇੰਕਾ ਸਾਹਿਬ ਵੈਸੇ ਤੇ ਹੁਣ ਵੀ ਸਿਚੁਏਸ਼ਨ ਰੇਗਿਸਤਾਨ 'ਚ ਫੁੱਲ ਖਿਲਾਉਣ ਵਾਲੀ ਹੈਗੀ ਹੈ। ਮੈਂ ਸ਼ਰਮਾ ਜੀ ਤੁਹਾਡੇ ਕੋਲ ਇੱਕ ਚੀਜ਼ ਪੁੱਛਣਾ ਚਾਹੁੰਦਾ, ਜਿਹੜੀ ਪਰਿਭਾਸ਼ਾ ਬਦਲੀ ਗਈ ਹੈ ਦੁਬਾਰਾ ਕਿ 1 ਕਰੋੜ ਰੁਪਏ ਤੱਕ ਨਿਵੇਸ਼ ਕਰਕੇ ਜਿਹੜੇ 5 ਕਰੋੜ ਰੁਪਏ ਤੱਕ ਕਾਰੋਬਾਰ ਹੈਗਾ, ਉਹਨਾਂ ਨੂੰ ਸੂਖਸ਼ਮ ਜਿਹੜੇ ਉਦਯੋਗਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈਗਾ, ਤੇ ਜਿਹੜੇ ਹੁਣ 10 ਕਰੋੜ ਰੁਪਏ ਤੱਕ ਦਾ ਨਿਵੇਸ਼ ਕਰਨਗੇ
ਔਰ ਉਹ 50 ਕਰੋੜ ਕਮਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਲਘੂ ਉਦਯੋਗ ਦੀ ਕੈਟਾਗਰੀ ਦੇ ਵਿੱਚ ਪਾਇਆ ਗਿਆ। ਇਹ ਕੈਟਾਗਰੀ ਦਾ ਚੇਂਜ ਹੈਗਾ, ਕਿਉਂ ਹੈਗਾ? ਦੇਖੋ, ਇਹਦਾ ਬੇਸਿਕਲੀ ਇਹ ਹੈ ਕਿ ਜੇ ਮੈਂ ਪੁਰਾਣੀ ਡੈਫੀਨੇਸ਼ਨ ਦੇ ਹਿਸਾਬ ਨਾਲ ਚੱਲਾਂ ਕਿ ਜਿਹੜਾ ਬਹੁਤ ਹੀ ਨੀਚੇ ਵਾਲਾ ਤਬਕਾ ਸੀ ਇੰਡਸਟਰੀ ਦਾ ਜਾਂ ਸ਼ੌਪ ਐਂਡ ਐਸਟੈਬਲਿਸ਼ਮੈਂਟ ਦਾ, ਤੇ ਜਿਹੜੀ ਛੋਟੇ ਪੱਧਰ ਤੇ ਕੰਮ ਕਰਦੇ ਸੀਗੇ, ਉਹਨਾਂ 'ਚ ਬਹੁਤ ਘੱਟ ਕੰਪਲਾਇੰਸਿਸ ਕਰਨ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਨੂੰ ਕੁਝ ਖਾਸ ਬੈਨੀਫਿਟ ਰਹਿੰਦੇ ਆ ਕਿ ਉਹ ਬਹੁਤ ਛੋਟੇ ਲੈਵਲ ਤੇ ਪਲੇ ਕਰਦੇ ਆ। ਤੇ ਜੇ ਤੁਸੀਂ ਵੱਡਾ ਇਨਵੈਸਟਮੈਂਟ ਦਾ ਅਮਾਉਂਟ ਵੱਡਾ ਕਰਕੇ ਤੇ ਉਹਨਾਂ ਵੱਡੀਆਂ ਜਿਹੜੀ ਉਸ ਤੋਂ ਥੋੜੇ ਵੱਡੇ ਸਾਈਜ਼ ਦੀ ਇੰਡਸਟਰੀ, ਉਹਨੂੰ ਵੀ ਅਗਰ ਤੁਸੀਂ ਸੂਖਮ ਵਿੱਚ ਲਿਆ ਕੇ ਤੁਸੀਂ ਮਾਈਕਰੋ ਵਿੱਚ ਲੈ ਕੇ ਆ ਜਾਓ, ਤੇ ਯਾਨੀ ਕਿ ਇੰਡਸਟਰੀ ਨੂੰ ਫੈਸਿਲਿਟੇਟ ਕੀਤਾ ਜਾਂਦਾ, ਈਜ਼ ਆਫ ਡੂਇੰਗ ਬਿਜ਼ਨਸ ਦਾ ਪ੍ਰੋਵੀਜ਼ਨ ਹੁੰਦਾ ਹੈ ਇੱਕ ਤਰ੍ਹਾਂ ਦਾ। ਤੇ ਜੇ ਪ੍ਰੋਸੀਜਰਲ ਚੇਂਜਸ ਕੀਤੀਆਂ ਕਿ ਉਹਦੇ 'ਚ ਜਿਹੜੀ ਇੰਡਸਟਰੀ ਪਹਿਲਾਂ ਮੀਡੀਅਮ 'ਚ ਸੀਗੀ ਉਹ ਸਮਾਲ 'ਚ ਆ ਗਈ, ਜਿਹੜੀ ਸਮਾਲ ਸੀ ਉਹ ਮਾਈਕਰੋ 'ਚ ਆ ਗਈ। ਉਹਦਾ ਫਰਕ ਇਹ ਹੋਇਆ ਕਿ ਸਮਾਲ ਵਾਲਿਆਂ ਨੂੰ ਜ਼ਿਆਦਾ ਫੈਸਿਲਿਟੀਜ਼ ਮਿਲ ਗਈਆਂ, ਉਹਨਾਂ ਨੂੰ ਕੰਪਲਾਇੰਸ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ, ਤੇ ਇੱਕ ਈਜ਼ ਆਫ ਡੂਇੰਗ ਬਿਜ਼ਨਸ ਦਾ ਪ੍ਰੋਸੈਸ ਹੈ ਜਿਹੜਾ ਕਿ ਇਸ ਸਰਕਾਰ ਨੇ ਕੀਤਾ ਹੈ। ਇਹ ਫਾਇਦਾ ਕਰੇਗਾ? ਹਾਂ, ਇਹ ਫਾਇਦਾ ਇਸ ਤਰ੍ਹਾਂ ਕਰੇਗਾ ਕਿ ਜਿਹੜਾ ਟਾਈਮ ਤੁਸੀਂ ਹੋਰ ਦੂਜੀ ਸਰਕਾਰੀ ਕਾਗਜ਼ੀ ਕਾਰਵਾਈ ਨੂੰ ਕਰਨ ਵਾਸਤੇ ਜਾਂ ਹੋਰ ਫਾਰਮੈਲਿਟੀ ਕਰਨ ਵਾਸਤੇ ਕਰਦੇ ਸੀਗੇ, ਉਹ ਐਟਲੀਸਟ ਹੁਣ ਤੁਹਾਨੂੰ ਘਟ ਗਿਆ, ਤੁਹਾਨੂੰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਫੈਸਿਲਿਟੀਜ਼ ਲੈਣੀਆਂ ਸੌਖੀਆਂ ਹੋ ਜਾਣਗੀਆਂ। ਹਾਂਜੀ, ਕੈਸੇ? ਠੀਕ ਹੈ ਗੋਇੰਕਾ ਸਾਹਿਬ, ਤੁਹਾਡਾ ਕੀ ਓਪੀਨੀਅਨ ਹੈਗਾ ਇਸ ਚੀਜ਼ ਤੇ? ਦੇਖੋ, ਇਹਦੇ ਨਾਲ ਬੜੇ ਫਾਇਦੇ ਹੋਣਗੇ ਜੀ। ਇੱਕ ਤੇ ਹੈਗਾ ਕਿ ਜਿਹੜੀ ਡੈਫੀਨੇਸ਼ਨ ਵੱਧ ਗਈ ਤੇ ਦਾਇਰਾ ਵੱਧ ਗਿਆ, ਜ਼ਿਆਦਾ ਮਾਈਕਰੋ ਚ ਜ਼ਿਆਦਾ ਲੋਕ ਆ ਜਾਣਗੇ। ਔਰ ਦੂਜਾ ਫਾਇਦਾ ਹੈਗਾ ਕਿ ਤੁਹਾਨੂੰ ਬੈਂਕਾਂ ਤੋਂ ਲੋਨ ਲੈਣ 'ਚ, ਹੋਰਾਂ ਨਾਲ ਬਿਜ਼ਨਸ ਕਰਨ 'ਚ, ਪਹਿਲੇ ਤੇ ਤੁਸੀਂ ਛੋਟੇ ਗਿਣੇ ਜਾਂਦੇ ਸੀ, ਹੁਣ 100 ਕਰੋੜ ਦੀ ਟਰਨਓਵਰ ਹੈਗੀ ਹੈ ਮੀਡੀਅਮ ਸੈਕਟਰ ਦੀ। 100 ਕਰੋੜ ਕੋਈ ਛੋਟਾ ਨਹੀਂ ਹੁੰਦਾ। ਕੱਲ ਨੂੰ ਕੋਈ ਫੋਰਨ ਕੋਲੈਬੋਰੇਸ਼ਨ ਕਰਨੀ ਹੈ, ਤੁਸੀਂ ਕਿਸੇ ਨਾਲ ਕੋਈ ਜੁਆਇੰਟ ਵੈਂਚਰ ਕਰਨਾ ਹੈ, ਕੋਈ ਫੋਰਨ ਤੋਂ ਲੋਨ ਲੈਣੇ ਆ, ਫੰਡ ਲੈਣੇ ਆ, ਤੇ ਇਹਨਾਂ ਚੀਜ਼ਾਂ 'ਚ ਬੈਨੀਫਿਟ ਮਿਲੇਗਾ। ਨਹੀਂ ਤੇ ਪਹਿਲੇ ਉਹ ਛੋਟੇ ਜਿਹੇ ਦਾਇਰੇ 'ਚ ਹੁੰਦੇ ਸੀ, ਉਹ ਗੱਲ ਹੀ ਨਹੀਂ ਹੁੰਦੀ ਸੀ। ਔਰ ਦੂਜਾ, ਜ਼ਿਆਦਾ ਲੋਕਾਂ ਨੂੰ ਐਸਐਮਬੀ 'ਚ ਆਉਣ ਦਾ ਮੌਕਾ ਮਿਲੇਗਾ, ਉਹ ਸਰਕਾਰ ਦੇ ਬੈਨੀਫਿਟ ਲੈਣਗੇ। ਮੈਂ ਤੇ ਆਪਣੀ ਤੁਹਾਨੂੰ ਗੱਲ ਕਰਦਾ, ਜਦੋਂ ਤੋਂ ਅਨਾਉਂਸਮੈਂਟ ਹੋਈ ਹੈ ਕੱਲ ਤੋਂ, ਸ਼ਰਮਾ ਜੀ, ਸਾਡੇ ਫੋਰਮ ਦੇ ਕਮ ਸੇ ਕਮ 500 ਮੈਂਬਰ ਨਵੇਂ ਬਣ ਗਏ ਨੇ। ਤੇ ਅਗਰ ਸਾਨੂੰ ਹੀ ਫਾਇਦਾ ਹੋ ਰਿਹਾ ਕਿ ਸਾਡੀ ਮੈਂਬਰਸ਼ਿਪ, ਕਿਉਂ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਐਮਐਸਐਮਈ 'ਚ ਆ ਗਏ, ਅਸੀਂ ਵੀ ਐਮਐਸਐਮਈ ਦੇ ਪਤਾ ਕਰੀਏ ਕੀ ਬੈਨੀਫਿਟ ਨੇ, ਕੀ ਹੈਗੇ ਨੇ। ਤੇ ਅਗਰ ਸਾਡਾ ਫੋਰਮ ਜਿਹੜਾ ਕਿ ਨਾਨ ਪ੍ਰੋਫਿਟ ਸਰਵਿਸ ਆਰਗੇਨਾਈਜੇਸ਼ਨ ਹੈ, ਤੇ ਸਰ ਇਹ ਐਮਐਸਐਮਈਆਂ ਨੂੰ ਬੜਾ ਫਾਇਦਾ ਹੋਣਾ ਹੈ, ਦਾਇਰਾ ਵਧੇਗਾ, ਜ਼ਿਆਦਾ ਲੋਕ ਇਹਦੇ ਚਾਹਣਗੇ ਔਰ ਉਹਦਾ ਬੈਨੀਫਿਟ ਲੈਣਗੇ। ਔਰ ਕੈਟੇਗਰੀਜ਼, ਕਿਉਂਕਿ ਇਹ ਸਾਡੀ ਬੜੀ ਪੁਰਾਣੀ ਡਿਮਾਂਡ ਸੀ, ਅਸੀਂ ਸਰਕਾਰ ਨੂੰ ਪਿਛਲੇ 3-4 ਸਾਲਾਂ ਤੋਂ ਲੜ ਰਹੇ ਸੀ ਕਿ ਇਹਦਾ ਦਾਇਰਾ ਵਧਾਓ, ਇਹਨੂੰ ਟਰਨਓਵਰ ਬੇਸ ਵੀ ਕਰੋ, ਔਰ ਇਹਦੀ ਜਿਹੜੀ ਉਹ 25 ਲੱਖ ਰੁਪਏ ਕੀ ਹੁੰਦਾ ਹੈ ਜੀ, ਛਾਬੜੀ ਵਾਲੇ ਦੀ ਇੱਕ ਪਕੌੜੇ ਵਾਲਾ ਅੰਮ੍ਰਿਤਸਰ ਸਾਡਾ ਹੈਗਾ, ਉਹਦੀ ਮੈਂ ਕਿੰਨੇ ਕਰੋੜ ਦੀ ਟਰਨਓਵਰ ਹੈਗੀ ਹੈ, ਤੇ 25 ਲੱਖ ਕੁਝ ਵੀ ਨਹੀਂ ਹੁੰਦਾ। ਤੇ ਉਹ 1 ਕਰੋੜ ਦਾ ਥੋੜਾ ਸਨਮਾਨਜਨਕ ਵੀ ਹੈਗਾ, ਥੋੜਾ ਜ਼ਿਆਦਾ ਲੋਕ ਉਹਦੇ ਚਾਹਣਗੇ। ਤੇ ਇਹਦੇ ਨਾਲ ਬਹੁਤ ਮੈਨੂੰ ਲੱਗਦਾ ਚੱਕਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ, ਉਹ ਘੁੰਮਣ ਵਿੱਚ ਬੜਾ ਬੈਨੀਫਿਟ ਮਿਲੇਗਾ। ਐਸੀ ਬੜਾ ਬੈਨੀਫਿਟ ਮਿਲੇਗਾ ਆਦਮੀ, ਤੇ ਮੈਂ ਆਪਟੀਮਿਸਟਿਕ ਗੱਲਾਂ ਕਰਦਾ। ਬਿਲਕੁਲ ਆਪਟੀਮਿਸਟਿਕ ਰਹਿਣਾ ਚਾਹੀਦਾ ਲਾਈਫ ਦੇ ਵਿੱਚ। ਸ਼ਰਮਾ ਜੀ, ਇੱਕ ਹੋਰ ਚੀਜ਼ ਹੈਗੀ ਹੈ, ਜਿਹੜੀ ਲੇਬਰ ਗਈ ਹੈ, ਵੱਡੀ ਇੰਡਸਟਰੀ ਨੂੰ ਕੀ ਇਫੈਕਟ ਹੁੰਦਾ, ਉਹਦਾ ਮੋਟੇ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ। ਜਿਹੜੀ ਐਮਐਸਐਮਈਜ਼ ਦੇ ਉੱਤੇ ਲੇਬਰ ਦੇ ਜਾਣ ਦਾ ਕੀ ਅਸਰ ਹੈਗਾ? ਕਰੀਬਨ 10 ਲੱਖ ਤੋਂ ਵੱਧ ਤੇ ਪੰਜਾਬ ਦੇ ਵਿੱਚੋਂ ਹੀ ਚਲੇ ਗਈ ਲੇਬਰ, ਔਰ ਹਜੇ ਕੁਝ ਲੋਕ ਆਏ ਨੇ। ਉਮੀਦ ਹੈਗੀ ਹੈ ਕਿ ਸ਼ਾਇਦ ਛਠ ਪੂਜਾ ਤੋਂ ਬਾਅਦ ਜਿਹੜੇ ਯੂਪੀ ਬਿਹਾਰ ਤੋਂ ਲੇਬਰ ਪੰਜਾਬ ਦੇ ਵਿੱਚ ਜ਼ਿਆਦਾਤਰ ਕੰਮ ਕਰਦੀ ਹੈ, ਉਹ ਆ ਸਕਦੀ ਹੈ। ਇਸ ਇੰਡਸਟਰੀ ਦੇ ਉੱਤੇ ਲੇਬਰ ਦੀ ਘਾਟ ਦਾ ਕੀ ਅਸਰ ਹੈਗਾ? ਅਮਲ ਜੀ, ਦੇਖੋ, ਅਗਰ ਆਪਾਂ ਲੁਧਿਆਣੇ ਦੀ ਗੱਲ ਕਰੀਏ ਤੇ ਲੁਧਿਆਣੇ 'ਚ ਕੋਈ ਮੇਰੇ ਖਿਆਲ 5-5.5 ਲੱਖ ਜਿਹੜੇ ਹੈ ਬਾਹਰ ਦੇ, ਯਾਨੀ ਕਿ ਯੂਪੀ ਬਿਹਾਰ ਦੇ ਜਾਂ ਪੂਰਬੀ ਯੂਪੀ ਦੇ ਲੇਬਰ ਕੰਮ ਕਰਦੀ ਹੈ। ਤੇ ਪੰਜਾਬ ਦੇ ਲੁਧਿਆਣੇ ਦੀ ਅਗਰ ਆਪਾਂ ਗੱਲ ਕਰ ਲਈਏ ਦੁਬਾਰਾ ਤੋਂ, ਤਾਂ ਲੁਧਿਆਣੇ ਦੇ ਵਿੱਚ ਜ਼ਿਆਦਾਤਰ ਲੂਮ ਜਾਂ ਯਾਨ ਮੈਨੂਫੈਕਚਰਿੰਗ ਯੂਨਿਟਸ ਹੈਗੇ ਹੈ, ਜਿਹਦੇ ਵਿੱਚ ਕਿਤੇ 10 ਲੋਕ ਕੰਮ ਕਰਦੇ ਹੈ, ਕਿਤੇ 25 ਲੋਕ ਕੰਮ ਕਰਦੇ ਹੈ, ਕਿਤੇ 50 ਲੋਕ ਕੰਮ ਕਰਦੇ ਹੈ। ਯਾਨੀ ਕਿ ਲੁਧਿਆਣਾ ਇੱਕ ਐਸਾ ਜਗ੍ਹਾ ਹੈ ਜਿੱਥੇ ਛੋਟਾ ਵਪਾਰੀ ਵੀ ਕੰਮ ਕਰਦਾ ਤੇ ਜਿੱਥੇ ਵੱਡਾ ਵਪਾਰੀ ਵੀ, ਓਸਵਾਲ ਵਰਗੇ ਬੰਦੇ ਵੀ ਕੰਮ ਕਰਦੇ ਹੈ। ਤੇ ਠੀਕ ਹੈ, ਓਸਵਾਲ ਵੱਡੇ ਜਿਹੜੀ ਵਰਗੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਉੱਥੇ ਉਹਨਾਂ ਕੋਲ ਰਿਸੋਰਸ ਹੋਣਗੇ ਕਿ ਉਹ ਲੇਬਰ ਮਹਿੰਗੀ ਵੀ ਲੈ ਲੈਣਗੇ ਮਾਰਕੀਟ ਵਿੱਚੋਂ। ਲੇਕਿਨ ਜਿਹੜਾ ਛੋਟਾ ਲੂਮ ਵਾਲਾ ਹੈ, ਜਿਹੜਾ ਛੋਟਾ ਜਿਹਦੇ ਕੋਲ 10-15 ਲੋਕ ਹੀ ਕੰਮ ਕਰਦੇ ਹੈ, ਜਾਂ ਜਿਹਦੇ ਕੋਲ ਇੱਕ
10 ਬਾਈ 10 ਕਮਰੇ ਦੀ ਸਾਈਜ਼ ਦਾ ਜਾਂ 15 ਬਾਈ 15 ਦੇ ਕਮਰੇ ਦੇ ਸਾਈਜ਼ 'ਚ ਉਹਨੇ ਆਪਣਾ ਲੂਮ ਲਗਾ ਰੱਖਿਆ ਔਰ ਉਹ ਛੋਟਾ ਮੋਟਾ ਕੰਮ ਕਰਦਾ। ਉਹਦੇ ਕੋਲ 5-6 ਆਦਮੀ ਕੰਮ ਕਰਦੇ ਸੀ, 5-6 'ਚੋਂ 3 ਚਲੇ ਗਏ, 2 ਰਹਿ ਗਏ, ਠੀਕ ਹੈ ਨਾ ਜੀ। ਤੇ ਯਾਨੀ ਕਿ ਉਹਦੀ 50% ਜਾਂ 60% ਦੀ ਲੇਬਰ ਚਲੀ ਗਈ ਹੈ ਤੇ ਉਹ ਨੈਚੁਰਲੀ ਉਹਦੀ ਜਿਹੜੀ ਪ੍ਰੋਡਕਸ਼ਨ ਦੀ ਐਫੀਸ਼ੀਐਂਸੀ ਉਹ ਘਟ ਗਈ ਹੈ। ਉਹ ਆਪਣੇ ਫੈਮਿਲੀ ਮੈਂਬਰ ਵੀ ਕਿੰਨੇ ਲਗਾ ਲੇਗਾ। ਔਰ ਹੁਣੀ ਪਿੱਛੇ ਜੇ ਵਾਢੀ ਹੋ ਕੇ ਗਈ ਹੈ ਪੰਜਾਬ 'ਚ, ਤੇ ਵਾਢੀ ਵਿੱਚ ਵੀ ਫਾਰਮਰ ਨੂੰ ਵੀ ਕਾਫੀ ਕਿਸਾਨਾਂ ਨੂੰ ਜਿਹੜੇ ਮਤਲਬ ਕਿ ਲੇਬਰ ਲੈ ਕੇ ਕੰਮ ਕਰਦੇ ਸੀ, ਉਹਨਾਂ ਨੂੰ ਵਾਢੀ ਦੇ ਟਾਈਮ ਤੇ ਵੀ ਦਿੱਕਤ ਆਈ, ਲੇਕਿਨ ਚਲੋ ਕੰਮ ਨਿਕਲ ਗਿਆ। ਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਲੇਬਰ ਦੇ ਜਾਣ ਦੇ ਨਾਲ ਇੰਡਸਟਰੀ ਦੀ ਪ੍ਰੋਡਕਸ਼ਨ ਦੇ, ਇੰਡਸਟਰੀ ਦੀ ਐਫੀਸ਼ੀਐਂਸੀ ਦੇ ਉੱਤੇ, ਜਾਂ ਫਿਰ ਜਿਹੜੀ ਸਾਡੀ ਸਪਲਾਈ ਚੇਨ ਮੈਨੇਜਮੈਂਟ ਹੈ, ਯਾਨੀ ਕਿ ਜਿਹੜੇ ਲੋਕ ਉੱਥੇ ਠੇਲੇ ਤੇ ਕੰਮ ਕਰਦੇ ਸੀ, ਰੇੜੇ ਦਾ ਕੰਮ ਕਰਦੇ ਸੀ, ਟਰਾਂਸਪੋਰਟ ਦਾ ਕੰਮ ਕਰਦੇ ਸੀਗੇ, ਉਹ ਜਦੋਂ ਪੰਜਾਬ 'ਚ ਜਾਂ ਲੁਧਿਆਣੇ 'ਚ ਚਲੇ ਗਏ, ਉਹਦੇ ਨਾਲ ਓਵਰਆਲ ਜਿਹੜਾ ਰਿਜ਼ਲਟ ਹੈ ਇੰਡਸਟਰੀ ਦਾ ਨੈਚੁਰਲੀ ਉਹ ਇਫੈਕਟ ਤੇ ਕਰਦਾ ਹੀ ਹੈ। ਔਰ ਹੁਣ ਉਹ ਕਦੋਂ ਵਾਪਸ ਆਉਂਦੇ ਆ, 2 ਮਹੀਨੇ ਲਈ ਆਉਂਦੇ, 3 ਮਹੀਨੇ ਲਈ ਆਉਂਦੇ, ਤੇ ਇੰਡਸਟਰੀ ਉਸ ਟਾਈਮ ਤੱਕ ਦੀ ਵੇਟ ਨਹੀਂ ਕਰ ਸਕਦੀ। ਇਸ ਕਰਕੇ ਇਸ ਪੁਆਇੰਟ ਆਫ ਟਾਈਮ ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਪੰਜਾਬ 'ਚ ਅਨਇੰਪਲਾਇਡ ਯੂਥ ਬੈਠਾ ਹੋਇਆ ਹੈ, ਜਿਹੜਾ ਪੰਜਾਬ 'ਚ ਫਾਰਮਰ ਜਿਹੜਾ ਯਾਰ ਜਿਹੜੀ ਬਾਉਂਡਰੀ ਲੇਬਰ ਜਿਹਨੂੰ ਆਪਾਂ ਲੇਬਰ ਜਿਹੜੀ ਫਾਰਮਰ ਵਿਦਆਊਟ ਐਗਰੀਕਲਚਰ ਲੈਂਡ ਜਿਹੜੀ ਲੇਬਰ ਹੈਗੀ ਹੈ, ਉਹ ਅਗਰ ਲੇਬਰ ਨੂੰ ਉੱਥੇ ਆਪਾਂ ਯੂਜ਼ ਕਰਕੇ ਰਿਪਲੇਸਮੈਂਟ ਕੀਤੀ ਜਾਵੇ ਤਾਂ ਪੰਜਾਬ ਵਾਸਤੇ ਇੱਕ ਅੱਛੀ ਚੀਜ਼ ਰਹੇਗੀ। ਪੰਜਾਬ ਦੇ ਯੂਥ ਵਾਸਤੇ, ਪੰਜਾਬ ਦੇ ਅਨਇੰਪਲਾਇਡ ਲੋਕਾਂ ਵਾਸਤੇ ਇੱਕ ਕੰਮ ਮਿਲਣ ਦੀ ਸੰਭਾਵਨਾ ਬਣ ਸਕਦੀ ਹੈਗੀ ਹੈ। ਗੋਇੰਕਾ ਸਾਹਿਬ, ਕੀ ਬਦਲ ਸੋਚਦੇ ਹੋ ਤੁਸੀਂ? ਦੇਖੋ, ਮੈਂ ਇਹਦੇ 'ਚ ਇਹ ਸਮਝਣਾ ਜੀ 2-3 ਤਰਫੋਂ ਕੰਮ ਕਰਨਾ ਪਏਗਾ। ਸਭ ਤੋਂ ਪਹਿਲੇ ਤੇ ਜਿਹੜੇ ਮਜ਼ਦੂਰ ਚਲੇ ਗਏ ਨੇ ਉਹਨਾਂ ਨੂੰ ਇੱਕ ਵਿਸ਼ਵਾਸ ਉਹਨਾਂ 'ਚ ਜਗਾਉਣਾ ਪਏਗਾ। ਕਿਉਂ ਉਹਨਾਂ ਉਹ ਡਰ ਗਏ ਕਿ ਬਈ ਉਹ ਐਸੇ ਕਰਕੇ ਘਰ ਚਲੇ ਗਏ, ਪੈਦਲ ਚਲੇ ਗਏ, ਉਹ ਡਰ ਗਏ। ਉਹਨਾਂ 'ਚੋਂ ਇੱਕ ਡਰ ਕੱਢਣਾ ਪਏਗਾ। ਉਹਨਾਂ ਨੂੰ ਦੂਸਰਾ ਆਉਣ ਵਾਸਤੇ ਟ੍ਰੇਨ ਦੇ ਕਿਰਾਏ, ਭਾੜੇ, ਕੁਛ ਅਸ਼ੋਰਿਟੀ, ਕੁਛ ਇੰਡਸਟਰੀਜ਼ ਦੇ, ਕੁਛ ਸਰਕਾਰ ਦੇਵੇ। ਮੈਂ ਤੇ ਪ੍ਰਪੋਜ਼ ਕੀਤਾ ਸੀ ESI ਦਾ ਫੰਡ ਹੈਗਾ, ਉਹਦੇ 'ਚ ਕਿੰਨਾ ਪੈਸਾ ਪਿਆ, ਉਹਦੇ ਵਿੱਚੋਂ ਕੁਛ ਇਹਨਾਂ ਦੀ ਮਦਦ ਕੀਤੀ ਜਾਏ। ਉਹਦੇ ਵਿੱਚ ਮੈਨੂੰ ਜੋ ਪਤਾ ਲੱਗਾ, ਸ਼ਰਮਾ ਜੀ ਨੂੰ ਜ਼ਿਆਦਾ ਪਤਾ ਹੋਣਾ, ਕਿ ਅਗਰ ਕੋਈ ESI 'ਚ ਪ੍ਰੋਵੀਜ਼ਨ ਹੈਗਾ ਕਿ ਅਗਰ ਕੋਈ ਬਿਮਾਰ ਹੋ ਜਾਏ ਤੇ ਉਹ ਘਰ ਹੈਗਾ, ਉਹ ਜੌਬ ਤੇ ਨਹੀਂ ਆ ਪਾ ਰਿਹਾ, ਤੇ 70% ਜਾਂ ਕਿੰਨਾ ਉਹਦੇ 'ਚੋਂ ਉਹਨਾਂ ਨੂੰ ਕੰਪਨਸੇਸ਼ਨ ਮਿਲਦੀ ਹੈ ESI 'ਚੋਂ। ਯੂ ਕੈਨ ਟੈਲ ਬੈਟਰ। ਤੇ ਕਿਉਂ ਨਾ ਉਹਦੇ ਵਿੱਚੋਂ, ਇਹ ਵੀ ਤੇ ਬਿਮਾਰੀ ਦਾ ਇੱਕ ਵਾਤਾਵਰਨ ਹੈ, ਇੱਕ ਮਹਾਮਾਰੀ ਹੈਗੀ ਹੈ, ਉਹਦੇ ਵਿੱਚੋਂ ਸਰਕਾਰ ਇਹਨਾਂ ਨੂੰ ਕੁਝ ਦੇਵੇ, ਸ਼ੋਰਿਟੀ ਕਰੇ। ਜਿਸ ਤਰ੍ਹਾਂ ਬੈਂਕ 'ਚੋਂ ਲੋਨ ਤਾਂ ਗਰੰਟੀ ਕਰ ਰਹੀ ਹੈ ਸਰਕਾਰ, ਕੁਛ ਉਹਨਾਂ ਨੂੰ ਗਰੰਟੀ ਕਰੇ ਵੀ ਤੁਹਾਨੂੰ ਅਗਰ ਨਹੀਂ ਪੈਸੇ ਮਿਲਣਗੇ, ਅਸੀਂ ਤੁਹਾਨੂੰ PF ਦੇ ਕਿੰਨੇ ਅਰਬਾਂ ਰੁਪਏ ਅਨਕਲੇਮਡ ਪਏ PF ਵਿੱਚ, ESI, ਕਈ ਹੋਰ ਵੈਲਫੇਅਰ ਫੰਡ ਹੈਗੇ ਨੇ, ਉਹਨਾਂ ਵਿੱਚੋਂ ਉਹਨਾਂ ਨੂੰ ਅਸ਼ੋਰ ਕਰੇ ਕਿ ਤੁਸੀਂ ਜਾਓ, ਤੁਹਾਨੂੰ ਅਗਰ ਦਿੱਕਤ ਹੋਏਗੀ, ਕੱਲ ਨੂੰ ਕੁਝ ਹੋਏਗਾ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਗਰੰਟੀ ਕਰਾਂਗੇ। ਗੋਇੰਕਾ ਸਾਹਿਬ, ਇਹ ਉਦਯੋਗਪਤੀਆਂ ਦੇ ਬਿਹਾਫ ਤੇ ਡਿਮਾਂਡ ਤੇ ਤੁਸੀਂ ਬੈਟਰ ਰੱਖ ਸਕਦੇ ਹੋ ਸਰਕਾਰ ਦੇ ਅੱਗੇ। ਤੁਸੀਂ ESI ਦਾ ਪੈਸਾ ਇਸਤੇਮਾਲ ਕਰੋ। ਇਹ ਅਸੀਂ ਕਰ ਰਹੇ ਹਾਂ। ਦੂਜਾ ਅਸੀਂ ਹੋਰ ਡਿਮਾਂਡ ਕੀਤੀ ਹੈ ਇਹਨਾਂ ਦੀ ਰਹਿਣ ਦੀ। ਤੁਸੀਂ ਕਹਿ ਰਹੇ ਹੋ ਛੋਟੇ ਛੋਟੇ ਕਾਰੋਬਾਰੀਆਂ ਨੂੰ ਕਿ ਤੁਸੀਂ ਆਪਣੇ ਕੋਲ ਰੱਖੋ। ਉਹ ਸਰ ਐਡੀ ਵੱਡੀਆਂ ਇੰਡਸਟਰੀਅਲ ਏਰੀਆ ਹੈਗੇ ਨੇ, ਲੁਧਿਆਣੇ, ਬਠਿੰਡੇ, ਸਭ ਤਾਂ ਐਡੀ ਵੱਡੀ ਸਟੇਟਾਂ ਹੈਗੀਆਂ, ਉਹਨਾਂ 'ਚ ਕਿੰਨੇ ਸ਼ੈੱਡ ਖਾਲੀ ਪਏ ਨੇ। ਕਿਉਂ ਨਾ ਜਿੱਥੇ ਕਲਸਟਰ ਹੈਗਾ ਉੱਥੇ ਸਰਕਾਰ 2-4 ਸ਼ੈੱਡ ਇਹਨਾਂ ਦੇ ਰਹਿਣ ਵਾਸਤੇ ਦੇ ਦੇਵੇ, ਉੱਥੇ ਖਾਣੇ ਪੀਣੇ ਦੀ ਵਿਵਸਥਾ ਕਰ ਦੇਵੇ। ਬਈ ਛੋਟਾ ਵਪਾਰੀ, ਛੋਟਾ ਇੰਡਸਟਰੀਅਲ, ਮਸ਼ੀਨ ਲਾਉਣ ਦੀ ਜਗ੍ਹਾ ਨਹੀਂ ਹੈਗੀ, ਤੇ ਇਹ ਇੰਡਸਟਰੀਅਲ ਏਰੀਆ ਵਿੱਚ ਉੱਥੇ ਜਿਹੜੇ ਸ਼ੈੱਡ ਖਾਲੀ ਪਏ ਨੇ, ਜਾਂ ਉੱਥੇ ਹੋਰ ਜਗ੍ਹਾ ਬਣਾ ਕੇ ਉੱਥੇ ਅਲਾਟ ਕਰਨ ਇਹਨਾਂ ਨੂੰ। ਇਹ ਪ੍ਰਪੋਜ਼ਲ ਦਿੱਤਾ ਤੁਸੀਂ ਸੈਂਟਰ ਔਰ ਸਟੇਟ ਨੂੰ? ਮੈਂ ਬਿਲਕੁਲ ਇਹ ਪ੍ਰਪੋਜ਼ਲ ਦਿੱਤਾ, ਮੈਂ UP 'ਚ ਵੀ ਦਿੱਤਾ, ਦਿੱਲੀ 'ਚ ਵੀ ਦਿੱਤਾ। ਇਹ ਸਟੇਟ ਗਵਰਨਮੈਂਟ ਦਾ ਮੈਟਰ ਹੈਗਾ। ਇਹਦੇ ਨਾਲ ਲੇਬਰ ਲੇਬਰ ਵਾਪਸ ਵੀ ਆਏਗੀ, ਔਰ ਉਹਨਾਂ ਨੂੰ ਰਹਿਣ ਦੀ ਵੀ ਦਿੱਕਤ ਨਹੀਂ ਹੋਏਗੀ, ਡਿਸਟੈਂਸਿੰਗ ਦਾ ਵੀ ਪਾਲਣ ਹੋਏਗਾ। ਖਾਣੇ ਪੀਣੇ ਦਾ ਇਸ ਤਰ੍ਹਾਂ ਹੋ ਸਕਦਾ, ਸਾਡੇ MSME ਤਿਆਰ ਨੇ, ਉਹ ਕਹਿੰਦੇ ਅੱਧੇ ਪੈਸੇ ਖਾਣੇ ਦੇ ਅਸੀਂ ਦੇ ਦੇਵਾਂਗੇ, ਹਾਂਜੀ, ਅੱਧੇ ਸਰਕਾਰ ਕਰ ਦੇ। ਇਹ ਗਰੰਟੀਆਂ ਹੈਗੀਆਂ, ਇਹਦੇ ਨਾਲ ਵਿਸ਼ਵਾਸ ਪੈਦਾ ਹੋਏਗਾ, ਲੇਬਰ ਵਾਪਸ ਆਏਗੀ। ਦੂਜਾ ਹੈਗਾ, ਜਿਸ ਤਰ੍ਹਾਂ ਪੰਜਾਬ ਦੀ ਸ਼ਰਮਾ ਜੀ ਨੇ ਗੱਲ ਕੀਤੀ, ਸ਼ਰਮਾ ਜੀ ਮੈਂ ਇਹ ਵੀ ਸਲਾਹ ਦਿੱਤੀ ਹੈ, ਪੰਜਾਬ ਦਾ ਯੂਥ ਜਿਹੜਾ ਉਹ ਭਟਕਿਆ, ਉਹ ਕਹਿੰਦੇ ਜੀ ਨਸ਼ੇੜੀ, ਔਰ ਇਹ ਥੋੜਾ ਸਕਿੱਲ ਡਿਵੈਲਪਮੈਂਟ ਦਾ ਪ੍ਰੋਗਰਾਮ ਬਣਾਏ ਜਾਣ ਕਲਸਟਰ ਬੇਸ ਤੇ। ਜਿਹੜੇ ਯੂਥ ਹੈਗਾ ਉਹਨਾਂ ਨੂੰ ਥੋੜਾ ਸਕਿੱਲ ਉਹਨਾਂ ਦੀ ਵਧਾ ਦਿਓ, ਉਹਨਾਂ ਨੂੰ ਸਕਿੱਲ ਕਰ ਦਿਓ, ਉਹਨਾਂ ਨੂੰ ਦੇਖੋ ਕਿੰਨਾ ਕੰਮ ਮਿਲੇਗਾ। ਕਿੰਨੇ ਮੋਦੀ ਜੀ ਨੇ ਜਿਹੜਾ ਕਿਹਾ ਨਾ ਜੀ, ਲੋਕਲ ਐਂਡ ਗਲੋਬਲ ਓਪਰਚੁਨਿਟੀ ਬਹੁਤ ਆਣੀ ਹੈ MSME ਸੈਕਟਰ 'ਚ। ਮੈਂ ਗਰੰਟੀ ਕਰ ਰਿਹਾ ਤੁਹਾਨੂੰ, ਮੇਰੇ ਇੰਟਰਨੈਸ਼ਨਲ 12 ਚੈਪਟਰ ਹੈਗੇ ਨੇ।
ਈਵਨ ਚਾਈਨਾ ਦੀ ਕਈ ਇੰਡਸਟਰੀਆਂ ਇੰਡੀਆ 'ਚ ਆਉਣ 'ਚ ਇਛੁਕ ਹੈਗੀਆਂ, ਕਿਉਂਕਿ ਉਹਨਾਂ ਨੂੰ ਯੂਰਪ ਅਮਰੀਕਾ ਤੋਂ ਸਿੱਧੇ ਆਰਡਰ ਨਹੀਂ ਮਿਲਨੇ। they want to make in India and export to Europe and America. तो सर there is lot of opportunity। अपनी चद्दर ਵਧਾਓ, अपनी सोच ਵਧਾਓ और सरकार ਤੇ ਜਿੰਨੀ ਘੱਟ ਤੋਂ ਘੱਟ ਡਿਪੈਂਡੈਂਸ ਹੋ ਸਕੇ ਕਰੋ। ਸਰ ਇਹ ਜਿੰਨੇ ਤੁਸੀਂ ਗੋਇੰਕਾ ਸਾਹਿਬ ਗੱਲ ਕੀਤੀ ਸ਼ਰਮਾ ਜੀ, ਇਹ ਜਿਨ੍ਹਾਂ ਦੇ 5-7 ਵਰਕਰ 6-10 ਵਰਕਰ ਸੀ ਉਹਨਾਂ ਨੂੰ ਫਰਕ ਹੀ ਨਹੀਂ ਪੈਣਾ, ਉਹਨਾਂ ਨੇ ਆਪ ਹੀ ਲੱਗ ਲਗਾ ਕੇ ਕੰਮ ਫਰਕ ਪੈਣਾ ਜਿਨ੍ਹਾਂ ਦੀ 50 ਤੋਂ 100 ਵਰਕਰ ਹੈਗੀ ਸੀ। ਗੋਇੰਕਾ ਸਾਹਿਬ ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜੀ ਤੁਸੀਂ ਲੋਕਲ ਟੂ ਗਲੋਬਲ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸੰਦਰਭ ਦੇ ਵਿੱਚ ਸਿਰਫ ਅਸੀਂ ਜੇ ਗੱਲ ਕਰੀਏ, ਕਿਆ ਇਨਫਰਾਸਟ੍ਰਕਚਰ ਹੈਗਾ ਇਸ ਤਰ੍ਹਾਂ ਦਾ ਕਿ ਤੁਸੀਂ ਲੋਕਲ ਨੂੰ ਗਲੋਬਲ ਕਰ ਸਕੋ? ਦੇਖੋ ਉਹਦੇ ਵਾਸਤੇ ਕਿੰਨੇ ਹੀ ਪ੍ਰੋਵੀਜ਼ਨ ਐਸ ਜਿਹੜੇ ਹੁਣੇ ਸਟਿਮੂਲਸ ਆਏ ਉਹਦੇ 'ਚ ਵੀ ਸੋਚ ਜਿਹੜੀ ਮੈਂ ਸਟੱਡੀ ਕੀਤੀ ਹੈ, ਸਰਕਾਰ ਦੀ ਸੋਚ ਹੈਗੀ ਆ ਬਟ ਆਫਟਰ ਕੋਵਿਡ। ਸਰਕਾਰ ਇਹ ਜਾਣਦੀ ਹੈ ਕਿ ਦੁਨੀਆ ਨੇ ਹੁਣ ਇੰਡੀਆ ਵੱਲ ਦੇਖਣਾ ਹੈ। ਸਾਰਾ ਅਮਰੀਕਾ ਤੁਸੀਂ ਦੇਖੋ, ਇਹ ਪਹਿਲੀ ਵਾਰ ਹੈਗੀ ਹੈ ਕਿ ਅਸੀਂ ਬੈਗਰ ਨਹੀਂ ਹੈਗੇ ਸੀ ਐਤਕੀ ਵਾਰੀ। ਅਸੀਂ ਐਤਕੀ ਅਮਰੀਕਾ ਇਜ਼ਰਾਈਲ ਨੂੰ ਕਿਹਾ ਅਸੀਂ ਤੁਹਾਡੀ ਮਦਦ ਕਰਾਂਗੇ। ਇਹ ਵਕਤ ਆ ਗਿਆ ਔਰ ਸਾਰੀ ਦੁਨੀਆ ਇੰਡੀਆ ਨੂੰ ਚਾਈਨਾ ਦਾ ਆਲਟਰਨੇਟਿਵ ਬਣਾਉਣ ਵਾਸਤੇ ਖੜੀ ਹੈ। ਆਲਰੇਡੀ ਐਪਲ ਨੇ ਇੱਥੇ ਅੱਧਾ ਉੱਥੋਂ ਸ਼ਿਫਟ ਕਰਤਾ, ਚਾਈਨਾ ਤੋਂ ਸ਼ਿਫਟ ਕਰ ਰਿਹਾ ਹੈ। ਤੇ ਇਸ ਕਰਕੇ देयर विल बी लॉट ऑफ अपॉर्चुनिटी। दैट्स व्हाई आई एम ऑप्टिमिस्टिक कि हिंदुस्तान बड़ी है। और पंजाब ਜਿਹੜਾ ਹੈਗਾ ਸਭ ਤੋਂ ਫਸਟ ਟਾਰਗੇਟ ਹੋਏਗਾ ਬਾਹਰ ਤੋਂ ਆਉਣ ਵਾਲਿਆਂ ਦਾ, ਕਿਉਂਕਿ ਇਹ ਬਹੁਤ ਹੀ ਫਰਟਾਈਲ ਔਰ ਬਹੁਤ ਹੀ ਐਂਟਰਪ੍ਰਾਈਜ਼ਿੰਗ ਸਟੇਟ ਹੈਗੀ ਹੈ ਇੱਥੇ। ਔਰ ਇੱਥੇ ਬਹੁਤ ਖੁਸ਼ਕਿਸਮਤ ਹੈਗੀ ਹੈ ਕਿ ਅਮਰਿੰਦਰ ਸਿੰਘ ਜੀ ਵਰਗੇ ਚੀਫ ਮਿਨਿਸਟਰ ਮਿਲੇ ਨੇ ਪੰਜਾਬ ਨੂੰ ਐਤਕੀ ਵਾਰੀ। ਠੀਕ ਹੈ ਸ਼ਰਮਾ ਜੀ, ਤੁਸੀਂ ਕੁਝ ਐਡ ਕਰਨਾ ਚਾਹੋਗੇ? यस शर्मा जी, ਤੁਸੀਂ ਕੁਝ ਐਡ ਕਰਨਾ ਚਾਹੋਗੇ? ਨਹੀਂ, ਮੈਂ ਗੋਇੰਕਾ ਜੀ ਤੋਂ ਇਸ ਗੱਲ ਤੋਂ ਕਾਫੀ ਸਹਿਮਤ ਹਾਂ ਕਿ ਪੰਜਾਬ ਦਾ ਜਿਹੜਾ ਬੰਦਾ ਹੈ, ਪੰਜਾਬ ਦੇ ਜਿਹੜੇ ਵਾਸੀ ਹੈ ਉਹ ਐਂਟਰਪ੍ਰੈਨਿਓਰ ਹੈਗੇ ਔਰ ਉਹਨੇ ਪੂਰੇ ਹਿੰਦੁਸਤਾਨ 'ਚ ਕੀ ਪੂਰੇ ਵਰਲਡ ਵਿੱਚ ਆਪਣਾ ਇੱਕ ਸਿੱਕਾ ਜਮਾਇਆ ਹੈ। ਔਰ ਸ਼ਾਇਦ ਗੁਜਰਾਤ ਤੋਂ ਬਾਅਦ ਪੰਜਾਬ ਹੀ ਇੱਕ ਐਸਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ NIR ਰਹਿੰਦੇ ਹੈ। ਤੇ ਇਸ ਕਰਕੇ ਪੰਜਾਬ ਜਿਹੜਾ ਉਹ ਕੁਦਰਤੀ ਤੌਰ ਤੇ ਵੀ ਔਰ ਅਦਰਵਾਈਜ਼ ਵੀ ਬੜਾ ਸਮਰਥ ਪ੍ਰਦੇਸ਼ ਹੈ, ਕੋਈ ਡਾਊਟ ਨਹੀਂ। ਔਰ ਪੰਜਾਬ 'ਚ ਬਹੁਤ ਅਪਰਚੁਨਿਟੀਜ਼ ਹੈ ਜਿਹਨੂੰ ਕਿ ਇਸ ਕੋਵਿਡ-19 ਤੋਂ ਬਾਅਦ ਇਨਕੈਸ਼ ਕੀਤਾ ਜਾ ਸਕਦਾ ਹੈ ਔਰ ਆਪਾਂ ਨੂੰ ਇਨਕੈਸ਼ ਕਰਨਾ ਵੀ ਚਾਹੀਦਾ ਹੈ। ਸਿਰਫ ਸਿਸਟਮ ਦੀ ਗੱਲ ਕਰ ਲਓ ਜਾਂ ਕਿ ਸਿਰਫ ਪੋਲੀਟੀਕਲ ਵਿਲ ਦੀ ਗੱਲ ਕਰ ਲਓ, ਅਗਰ ਉਹ ਇੱਥੇ ਹੋ ਜਾਏਗੀ ਤੇ ਡੈਫੀਨਿਟਲੀ ਆਪਾਂ ਕੁਝ ਨਾ ਕੁਝ ਪਰ ਸ਼ਰਮਾ ਜਿਸ ਚੀਜ਼ ਦਾ ਮੈਂ ਜ਼ਿਕਰ ਕੀਤਾ ਸੀਗਾ, ਗੋਇੰਕਾ ਸਾਹਿਬ ਨੂੰ ਜਿਹੜਾ ਸਵਾਲ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਿਆ ਲੋਕਲ ਨੂੰ ਗਲੋਬਲ ਕਰਨ ਦਾ ਇਨਫਰਾਸਟ੍ਰਕਚਰ ਹੈਗਾ? ਕਿਉਂਕਿ ਬੇਸਿਕ ਜ਼ਰੂਰਤ ਤੇ ਹੁੰਦੀ ਹੈ ਨਾ, ਉਹਦੀ ਜ਼ਰੂਰਤ ਹੁੰਦੀ ਹੈ, ਕੁਝ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਤੁਹਾਨੂੰ ਪੈਰਾਂ ਤੇ ਖੜੇ ਹੋਣ ਦੇ ਲਈ। ਕਾਮਿਲ ਜੀ, ਅਗਰ ਮੈਂ ਗੱਲ ਕਰਾਂ ਜਲੰਧਰ ਦੀ ਸਪੋਰਟਸ ਇੰਡਸਟਰੀ, ਲੁਧਿਆਣੇ ਦੀ ਹੌਜ਼ਰੀ ਇੰਡਸਟਰੀ ਤੇ ਚਾਹੇ ਦੂਜੀ ਜਿਹੜੀ ਕਾਟਨ ਇੰਡਸਟਰੀ ਹੈ ਲੁਧਿਆਣੇ ਦੀ, ਜਾਂ ਮੰਡੀ ਗੋਬਿੰਦਗੜ੍ਹ ਦੀ ਗੱਲ ਕਰ ਲਓ, ਇਹ ਐਸੀ ਜਗ੍ਹਾ ਹੈ, ਐਸੀ ਬੈਲਟ ਹੈ ਜਿੱਥੇ ਆਲਰੇਡੀ ਇੰਟਰਨੈਸ਼ਨਲ ਪੱਧਰ ਤੇ ਕੰਮ ਹੁੰਦਾ ਰਿਹਾ ਹੈ, ਇੰਟਰਨੈਸ਼ਨਲ ਲੈਵਲ ਦੇ ਪੱਧਰ ਤੇ ਕੰਮ ਹੁੰਦਾ ਹੈ। ਮੰਡੀ ਗੋਬਿੰਦਗੜ੍ਹ ਏਸ਼ੀਆ ਦੀ ਸਭ ਤੋਂ ਵੱਡੀ ਫੋਰਜਿੰਗ ਇੰਡਸਟਰੀ ਹੈ। ਲੁਧਿਆਣਾ ਹਮੇਸ਼ਾ ਐਕਸਪੋਰਟ ਕਰਦਾ, ਹੌਜ਼ਰੀ ਕਿੰਨਾ ਸਮਾਨ ਯੂਰਪ ਅਤੇ ਅਮਰੀਕਾ ਨੂੰ ਐਕਸਪੋਰਟ ਹੁੰਦਾ ਹੈ। ਜਲੰਧਰ ਇੰਡਸਟਰੀ 'ਚ ਸਪੋਰਟਸ ਥੋੜਾ ਇੰਟਰਨੈਸ਼ਨਲ ਕੁਆਲਿਟੀ ਦਾ ਸਪੋਰਟਸ ਬਣਦਾ ਹੈ। ਉਹ ਤਾਂ ਗਲਤੀ ਹੋ ਗਈ ਜਾਂ ਇੱਕ ਨੁਕਸਾਨ ਹੋ ਗਿਆ ਕਿ ਕੋਰੋਨਾ ਦੀ ਵਜ੍ਹਾ ਨਾਲ ਤੁਹਾਡਾ IPL ਕੈਂਸਲ ਹੋ ਗਿਆ, ਤੁਹਾਡੀ ਜਿਹੜੀ ਆਪਣਾ ਓਲੰਪਿਕ ਹੈ ਉਹ ਕੈਂਸਲ ਹੋ ਗਈ ਹੈ। ਅਦਰਵਾਈਜ਼ ਲੁਧਿਆਣਾ ਵਿੱਚ ਜਾਂ ਜਲੰਧਰ ਵਿੱਚ ਜਿਹੜੇ ਸਪੋਰਟਸ ਦੇ ਆਰਡਰ ਸੀਗੇ ਉਹ ਵਿਚਾਰਿਆਂ ਦੇ ਆਰਡਰ ਉੱਥੇ ਦੇ ਉੱਥੇ ਹੀ ਰਹਿ ਗਏ, ਉਹ ਐਗਜ਼ੀਕਿਊਟ ਹੀ ਨਹੀਂ ਹੋ ਪਾਏ। ਤੇ ਪੰਜਾਬ 'ਚ ਇਨਫਰਾਸਟ੍ਰਕਚਰ ਬਹੁਤ ਹੈ, ਜਿਹੜੀ ਪੰਜਾਬ ਦੀ ਆਪਣੀ ਸਟਰੈਂਥ ਹੈ, ਚਾਹੇ ਉਹ ਐਗਰੋ ਫੂਡ ਨੂੰ ਲੈ ਕੇ ਗੱਲ ਕਰ ਲਈਏ, ਚਾਹੇ ਹੌਜ਼ਰੀ ਨੂੰ ਲੈ ਕੇ ਗੱਲ ਕਰ ਲਈਏ, ਚਾਹੇ ਸਪੋਰਟਸ ਨੂੰ ਲੈ ਕੇ ਗੱਲ ਕਰੀਏ। ਔਰ ਪੰਜਾਬ ਕੋਈ ਯੂਰਪ ਵਾਸਤੇ ਜਾਂ ਅਮਰੀਕਾ ਵਾਸਤੇ ਨਵਾਂ ਨਹੀਂ ਹੈ। ਪੰਜਾਬ ਕੋਲ ਫੋਰਨ ਦਾ ਬਹੁਤ ਵੱਡਾ ਐਕਸਪੋਜ਼ਰ ਹੈ, ਬਹੁਤ ਵੱਡਾ ਐਕਸਪੋਜ਼ਰ ਹੈ। ਇਸ ਕਰਕੇ ਕੋਈ ਦਿੱਕਤ ਨਹੀਂ ਇਸ ਗੱਲ ਦੀ। ਅੱਜ ਦੇਖੋ ਤੁਸੀਂ, ਪੰਜਾਬ ਦਾ ਸਭ ਨਾਲੋਂ ਜ਼ਿਆਦਾ ਬੱਚਾ ਪੰਜਾਬ ਦਾ ਜਿਹੜਾ ਬਾਹਰ ਜਾ ਕੇ ਪੜ੍ਹ ਰਿਹਾ ਹੈ। ਠੀਕ ਹੈ, ਠੀਕ ਹੈ, ਕਦੀ ਕੋਈ ਚੱਕਰ ਨਹੀਂ ਹੈ ਇਸ ਗੱਲ ਦਾ ਕੋਈ ਵੀ। ਠੀਕ ਹੈ ਗੋਇੰਕਾ ਸਾਹਿਬ, ਫਾਈਨਲ ਕਮੈਂਟ। ਸਮਾਂ ਖਤਮ ਹੋ ਗਿਆ ਸਾਡੇ ਕੋਲ। ਮੈਂ ਬਿਲਕੁਲ ਅਨਿਲ ਜੀ ਦੀ ਗੱਲ ਨਾਲ ਸਹਿਮਤ ਹਾਂ। ਆਪਾਂ ਅੰਮ੍ਰਿਤਸਰ ਬਠਿੰਡੇ ਤੋਂ ਚਾਲੂ ਹੋ ਜਾਈਏ, ਹਰ ਡਿਸਟ੍ਰਿਕਟ ਜਿਹੜਾ ਹੈਗਾ ਉਹ ਕੋਈ ਨਾ ਕੋਈ ਐਸੀ ਚੀਜ਼ ਬਣਾ ਰਿਹਾ ਹੈ ਜਿਹਦੀ ਐਕਸਪੋਰਟ ਹੋ ਰਹੀ ਹੈ। ਮੈਂ ਚਾਹਾਂਗਾ, ਮੈਂ ਪੰਜਾਬ ਸਰਕਾਰ ਨੂੰ ਵੀ ਸਲਾਹ ਦਿਆਂਗਾ, यूपी ने 1 डिस्ट्रिक्ट 1 आइटम ਦਾ ਇੱਕ ਸਕੀਮ ਚਲਾਈ, ਇੱਕ ਮੁਹਿੰਮ ਚਲਾਈ, ਉਸੇ ਤਰ੍ਹਾਂ ਪੰਜਾਬ 'ਚ ਵੀ ਹੋਵੇ। ਇੱਕ ਮੈਂ ਹੋਰ ਸਲਾਹ ਦੇਣੀ ਹੈ ਸ਼ਰਮਾ ਜੀ ਤੁਹਾਡੇ ਨਾਲ ਮਿਲ ਕੇ, ਜਿੰਨੇ ਕਲਸਟਰ ਹੈਗੇ ਨੇ, ਜਿੰਨੇ ਇੰਡਸਟਰੀਅਲ ਏਰੀਆ ਹੈਗੇ ਨੇ, ਉਹਨਾਂ ਦੇ ਜਿਹੜੇ ਇੰਚਾਰਜ ਇੰਡਸਟਰੀ ਡਿਪਾਰਟਮੈਂਟ ਦੇ ਜਾਂ ਜਿਹੜੇ ਵੀ ਸਰਕਾਰ ਦੇ ਇੰਡਸਟਰੀ ਮਿਨਿਸਟਰੀ ਦੇ ਬੰਦੇ ਹੈਗੇ ਨੇ ਉੱਥੇ ਡਿਪਿਊਟਡ ਨੇ, ਉਹਨਾਂ ਦੀ ਰਿਸਪੌਂਸਿਬਿਲਿਟੀ ਲਾਈ ਜਾਏ
ਕਿ ਅਗਰ ਇੱਥੇ 3 ਇੰਡਸਟਰੀਆਂ ਵੀ ਮਰੀਆਂ ਤੇ ਤੂੰ ਮਰੇਂਗਾ। ਚਾਈਨਾ 'ਚ ਸਿਸਟਮ ਹੈਗਾ, ਉੱਥੇ ਦੇ ਜਿਹੜੇ ਇੰਚਾਰਜ ਹੈਗੇ ਨੇ, ਸਰਕਾਰ ਦੇ ਜਿਹੜੇ ਨੋਡਲ ਅਫਸਰ ਹੈਗੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ, ਜਾ ਕੇ ਮਿਲੋ, ਉਹਨਾਂ ਦੀ ਕੋਈ ਦਿੱਕਤਾਂ ਹੈਗੀਆਂ, ਜ਼ਰੂਰਤਾਂ ਦੂਰ ਕਰੋ ਔਰ ਉਹਨਾਂ ਨੂੰ ਮਰਨ ਨਾ ਦਿਓ, ਉਹਦੇ ਵਾਸਤੇ ਸਰਕਾਰ ਨਾਲ ਕਨੈਕਟ ਕਰੋ। ਇਹ ਬਹੁਤ ਵੱਡੀ ਜ਼ਰੂਰਤ ਹੈਗੀ ਹੈ। ਇੰਡਸਟਰੀਅਲ ਏਰੀਆ ਬਣਾਤੇ, ਉੱਥੇ ਕੋਈ ਗੱਲ ਹੀ ਨਹੀਂ, ਕੋਈ ਪੁੱਛਦਾ ਨਹੀਂ, ਟੁੱਟੇ ਪਏ ਨੇ। ਇਹ ਸਾਰੀਆਂ ਚੀਜ਼ਾਂ ਹੁਣ ਠੀਕ ਕਰਨੀਆਂ ਪੈਣਗੀਆਂ ਅਗਰ ਸਾਨੂੰ ਲੋਕਲ ਤੋਂ ਗਲੋਬਲ ਹੋਣਾ ਹੈ। ਸਾਨੂੰ ਆਪਣੀ ਸੋਚ, ਆਪਣੇ ਇੰਡਸਟਰੀਅਲ ਏਰੀਆ, ਆਪਣੀ ਕੁਆਲਿਟੀ, ਆਪਣੇ ਸਾਰੇ ਸਿਸਟਮ ਜਿਹੜੇ ਨੇ ਅਪਡੇਟ ਕਰਨੇ ਪੈਣੇ। ਮੌਕਾ ਹੈਗਾ ਇਸ ਵੇਲੇ, ਔਰ ਪੰਜਾਬ ਦੇ ਬੰਦੇ ਬਹੁਤ ਜਲਦੀ ਚੀਜ਼ਾਂ ਨੂੰ ਐਕਸੈਪਟ ਕਰਦੇ ਨੇ। ਕੋਈ ਐਸੀ ਚੀਜ਼ ਨਹੀਂ, ਬਟਾਲੇ ਲੈ ਲਓ, ਉਹਦੀਆਂ ਲੇਥਾਂ ਦੁਨੀਆ ਭਰ 'ਚ ਮਸ਼ਹੂਰ ਹੈਗੀਆਂ। ਲੁਧਿਆਣੇ ਇੱਕ ਆਈਟਮ, ਲੁਧਿਆਣੇ ਹੌਜ਼ਰੀ, ਸਾਈਕਲ ਤੇ ਹੋਰ ਕਿੰਨੀਆਂ ਚੀਜ਼ਾਂ, ਸਿਲਾਈ ਮਸ਼ੀਨਾਂ ਸਾਰੀ ਦੁਨੀਆ 'ਚ ਮਸ਼ਹੂਰ ਹੈਗੀਆਂ। ਇਨਫਰਾਸਟ੍ਰਕਚਰ ਹੈਗਾ, ਕੰਮ ਹੁਨਰ ਹੈਗਾ, ਸਿਰਫ ਜ਼ਰੂਰਤ ਹੈਗੀ ਹੈ ਸਰਕਾਰ ਦੇ ਔਰ ਅਫਸਰਾਂ ਦੇ ਤਾਲਮੇਲ ਦੀ। ਉਹ ਅਗਰ ਹੋਏਗਾ ਅਸੀਂ ਜਿੱਤ ਜਾਵਾਂਗੇ। ਠੀਕ ਹੈ शर्मा जी, आखिरी 30 सेकंड है, फाइनल कमेंट। अमिल जी देखो, जो मोदी साहब ने उस दिन अपना लेक्चर दिता, उस लेक्चर के हिसाब ਨਾਲ तो उन्होंने अपनी मंशा बिल्कुल क्लीयर करती है कि ਅਸੀਂ ਵੋਕਲ ਨੂੰ ਗਲੋਬਲ ਕਰਨਾ ਹੈ, ਲੋਕਲ ਨੂੰ ਵੋਕਲ ਕਰਨਾ ਹੈ। ਤੇ ਲੋਕਲ ਨੂੰ ਵੋਕਲ ਕਰਨ ਦਾ ਮਤਲਬ ਇਹ ਹੈ ਕਿ ਉਹ ਵਾਪਸ ਉਹ ਜਿਹੜੀ ਗਾਂਧੀਨ ਸੋਚ ਸੀ ਕਿ ਕਾਟੇਜ ਇੰਡਸਟਰੀ ਨੂੰ ਇੰਪਰੂਵ ਕੀਤਾ ਜਾਵੇ। ਕਿਉਂਕਿ ਅਗਰ ਤੁਸੀਂ ਤੁਹਾਨੂੰ ਧਿਆਨ ਹੋਵੇ ਕਿ ਇੱਕ ਟਾਈਮ ਸੀ ਜਦੋਂ ਹਿੰਦੁਸਤਾਨ ਵਰਲਡ ਦੀ 33% ਜੀਡੀਪੀ ਕੰਟਰੀਬਿਊਟ ਕਰਦਾ ਸੀ 1500 ਈਸਵੀ ਤੱਕ। ਉਸ ਟਾਈਮ ਇੰਡੀਆ ਦੇ ਅੰਦਰ ਕੋਈ ਵੱਡੇ ਮੈਗਾ ਪ੍ਰੋਜੈਕਟ ਨਹੀਂ ਸੀਗੇ ਤੇ ਉਦੋਂ ਵੀ ਕਾਟੇਜ ਇੰਡਸਟਰੀ ਚੱਲਦੀ ਸੀ। ਹੁਣ ਵੀ ਜੇ ਲੇਬਰ ਨੇ ਪਲਾਨ ਕੀਤਾ, ਅਗਰ ਲੇਬਰ ਰੂਰਲ ਏਰੀਆ ਚਲੀ ਗਈ ਹੈ ਤੇ ਉੱਥੇ ਹੀ ਕੋਈ ਨਾ ਕੋਈ ਬੰਦੋਬਸਤ ਕਰਕੇ ਇੰਡਸਟਰੀ ਦੀ ਐਸਟੈਬਲਿਸ਼ਮੈਂਟ ਕੀਤੀ ਜਾਵੇ। ਤੇ ਮੋਦੀ ਸਾਹਿਬ ਨੇ ਲੋਕਲ ਔਰ ਅਰਬਨ ਰੂਰਲ ਏਰੀਆ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਆਪਣੇ ਉਹਦੇ ਅੰਦਰ, ਤੇ ਮਨਸ਼ਾ ਉਹਨਾਂ ਦੀ ਕਲੀਅਰ ਹੈ। ਲੇਕਿਨ ਉਹੀ ਕਿ ਰੈਡ ਟੈਪਿਜ਼ਮ ਔਰ ਗਵਰਨਮੈਂਟ ਦੀ ਜਿਹੜੀ ਬਿਊਰੋਕ੍ਰੇਸੀ ਹੈ ਉਹ ਕਿਸ ਲੈਵਲ ਤੱਕ ਹੈਲਪ ਕਰਦੀ ਹੈ ਗਵਰਨਮੈਂਟ ਦੀ, ਉਹ ਦੇਖਣ ਵਾਲੀ ਗੱਲ ਹੈ। ਉਹ ਵੱਡਾ ਚੈਲੰਜ ਹੋਏਗਾ। ਉਮੀਦ ਹੈ ਤੁਹਾਨੂੰ ਲੱਗ ਰਿਹਾ ਕਿ ਮਨਸ਼ਾ ਚੰਗੀ ਹੈਗੀ ਹੈ, ਪੰਜਾਬ ਦੇ ਵਿੱਚ ਜਿਸ ਚੀਜ਼ ਦੀ ਸਮਰੱਥਾ ਹੈਗੀ ਹੈ, ਪਰ ਆਸ ਹੈ, ਉਮੀਦ ਅਸੀਂ ਕਰ ਸਕਦੇ ਹਾਂ ਕਿ ਜਿਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਗੋਇੰਕਾ ਸਾਹਿਬ ਕਿ ਬੈਂਕਾਂ 'ਤੇ ਨਜ਼ਰ ਰੱਖਣੀ ਜ਼ਰੂਰੀ ਹੈਗੀ ਹੈ, ਜਿਨ੍ਹਾਂ ਨੇ ਅੱਗੋਂ ਕਰਜ਼ ਦੇਣਾ ਹੈਗਾ ਉਹ ਆਪਦੀ ਭੂਮਿਕਾ ਸਹੀ ਰੱਖਣ। ਔਰ ਉਮੀਦ ਹੈ ਕਿ ਤੁਹਾਡੇ ਸੁਝਾਅ ਵੀ ਜੇ ਸਰਕਾਰਾਂ ਮੰਨਦੀਆਂ ਨੇ ਤੇ ਇਸ ਜਿਹੜੀ ਆ MSMEs ਹੈਗੀਆਂ ਨੇ ਇਹਨਾਂ ਨੂੰ ਇਸ ਅਨਾਉਂਸਮੈਂਟ ਦਾ ਕੁਝ ਫਾਇਦਾ ਮਿਲ ਸਕੇ। ਫਿਲਹਾਲ ਅਨਿਲ ਸ਼ਰਮਾ ਜੀ ਔਰ ਰਜਨੀਸ਼ ਗੋਇੰਕਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ। ਸ਼ੁਕਰੀਆ।